ਬੱਚੇ ਇਹ ਨਾ ਕਹਿਣ ਕਿ ਉਹਨਾਂ ਦਾ ਜਦੋਂ ਬੱਚੇ ਨੂੰ ਪੁੱਛੋ ਤੇਰਾ ਏਮ ਕੀ ਆ, ਤਾਂ ਇਹ ਨਾ ਕਵੇ ਕਿ ਮੈਂ ਇੰਗਲੈਂਡ ਜਾਣਾ ਆ ਜਾਂ ਮੈਂ ਅਮਰੀਕਾ ਜਾਣਾ ਆ। ਉਹ ਕਵੇ ਮੈਂ ਅਮਰੀਕਾ ਜਾਣਾ ਨਾਸਾ 'ਚ ਜਾਣ ਵਾਸਤੇ। ਉਹ ਕਹੇ ਮੈਂ ਇੰਗਲੈਂਡ ਆਉਣਾ ਹੈ ਆਕਸਫੋਰਡ ਦੇ ਵਿੱਚ ਪੜ੍ਹਾਉਣ ਵਾਸਤੇ। ਕੁਝ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਬੱਚਿਆਂ ਦੇ ਜਿਹੜਾ ਮੈਂਟਲ ਸਟੇਟ ਆ ਨਾ, ਉਹਨੂੰ ਫਾਰਮੂਲੇਟ ਕਰਨਾ ਸ਼ੁਰੂ ਕਰੀਏ। ਹੁਣ ਇਹ ਸੋਚੋ ਕਿ ਜੇ ਇਵੇਂ ਦੀਆਂ ਸਾਡੇ ਕੋਲ 24,000 ਪੱਗਾਂ ਪੂਰੇ ਦੁਨੀਆ ਦੇ ਵਿੱਚ ਘੁੰਮ ਰਹੀਆਂ ਹੋਣ, ਤਾਂ ਸਿੱਖੀ ਦਾ ਜਿਹੜਾ ਬੋਲਬਾਲਾ ਆ, ਜਿਹੜੀ ਆਪਾਂ ਨਿਤ ਦਿਨ ਅਰਦਾਸ 'ਚ ਮੰਗਦੇ ਹਾਂ, ਉਹ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਊਗਾ। ਜਿਹੜੇ ਸਾਡੇ ਆਪਣੇ ਬੱਚੇ ਹੁੰਦੇ ਆ, ਜੋ ਸਾਡੇ ਆਪਣੇ ਘਰ ਜਨਮੇ ਹੁੰਦੇ ਆ, ਅਸੀਂ ਉਹਨਾਂ ਵਾਸਤੇ ਭਵਿੱਖ ਤੈਅ ਕਰ ਲੈਂਦੇ ਹਾਂ ਕਿ ਇਹਨੂੰ ਮੈਂ ਇੰਜੀਨੀਅਰ ਬਣਾਉਣਾ, ਇਹਨੂੰ ਮੈਂ ਡਾਕਟਰ ਬਣਾਉਣਾ, ਪਰ ਅਸੀਂ ਕਦੀ ਵੀ ਇਹ ਭਵਿੱਖ ਤੈਅ ਨਹੀਂ ਕਰਦੇ ਕਿ ਇਹਨੂੰ ਮੈਂ ਗੁਰਸਿੱਖ ਵੀ ਬਣਾਉਣਾ। ਗੁਰੂ ਪਾਤਸ਼ਾਹ ਦਾ ਇਹ ਵਚਨ ਹੈ, ਰਾਜ ਕਰੇਗਾ ਖਾਲਸਾ। ਜਦੋਂ ਅਸੀਂ ਖਾਲਸੇ ਹੋ ਜਾਵਾਂਗੇ, ਸਾਡਾ ਰਾਜ ਹੋ ਜਾਊਗਾ। ਸਾਡਾ ਰਾਜ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਅਸੀਂ ਖਾਲਸੇ ਨਹੀਂ ਹੁੰਦੇ। ਔਰ ਮੰਨੀਏ ਜਾਂ ਨਾ ਮੰਨੀਏ, ਪਰ ਕਿਤੇ ਨਾ ਕਿਤੇ ਅਸੀਂ ਇਸ ਖਾਲਸਾ ਹੋਣ ਤੋਂ ਹਜੇ ਕੋਹਾਂ ਦੂਰ ਹਾਂ। ਜਿਹਨੂੰ ਆਪਾਂ ਅੱਜ ਹੇਟ ਕ੍ਰਾਈਮ ਬੋਲਦੇ ਹਾਂ, ਜਿਹੜਾ ਕਿ ਉਹ ਨਫ਼ਰਤ ਦੇ ਕ੍ਰਾਈਮਸ ਆ, ਉਹ ਕੀ ਆ? ਉਹ ਕਿਤੇ ਨਾ ਕਿਤੇ ਇੱਕ ਨਿਰਾਸ਼ਤਾ ਆ। ਔਰ ਉਹ ਨਿਰਾਸ਼ਾ ਕਿਉਂ ਆਈ? ਉਹ ਭੈ ਦੇ ਵਿੱਚੋਂ ਨਿਰਾਸ਼ਾ ਆਈ ਹੈ। ਸਭ ਤੋਂ ਵੱਧ ਕੌਨਫੀਡੈਂਸ ਸਾਡਾ ਉਦੋਂ ਡਿਵੈਲਪ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ। ਔਰ ਕੁਸ਼ਤੀ ਜਾਂ ਜਿੰਨੀਆਂ ਵੀ ਸਪੋਰਟਸ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਦੂਸਰੇ ਆਪਣੀ ਸਰੀਰਕ ਸ਼ਮਤਾ ਨੂੰ ਜਾਣਨ ਦਾ ਇੱਕ ਬਹੁਤ ਵੱਡਾ ਪੈਰਾਮੀਟਰ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮੱਲ ਅਖਾੜਿਆਂ ਨੂੰ ਪ੍ਰੈਕਟੀਕਲ ਰੂਪ ਦੇ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪਿਛਲੇ ਜਿਹੜੇ ਐਪੀਸੋਡ ਦੇ ਵਿੱਚ ਅਸੀਂ ਜਿੱਥੇ ਗੱਲ ਛੱਡੀ ਸੀ, ਉਹ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਆਪਾਂ ਜੀਵਨ ਕਾਲ ਦੇ ਵਿੱਚੋਂ ਔਰ ਗੁਰਬਾਣੀ ਦੇ ਆਧਾਰ ਦੇ ਉੱਤੇ ਜੋ ਉਹਨਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਜੋ ਜੀਵਨ ਜਾਚ ਸਿਖਾਈ ਆ, ਜੋ ਨਿਯਮ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਸੀ, ਉਹਨਾਂ ਨੂੰ ਜਿਹੜਾ ਸਾਨੂੰ ਦ੍ਰਿੜ ਕਰਵਾਇਆ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਅਸੀਂ ਉਹਨਾਂ ਬਾਰੇ ਗੱਲ ਕਰ ਰਹੇ ਸੀਗੇ। ਪਿਛਲਾ ਜਿਹੜਾ ਐਪੀਸੋਡ ਸੀ, ਉਹਦੇ ਵਿੱਚ ਅਸੀਂ 2 ਮੁੱਦਿਆਂ ਦੇ ਉੱਤੇ ਗੱਲ ਕੀਤੀ ਸੀ। ਇੱਕ ਤਾਂ ਹੁਕਮ ਮੰਨਣ ਦੇ ਉੱਤੇ, ਤੇ ਦੂਸਰਾ ਪਾਠਸ਼ਾਲਾ ਦੇ ਉੱਤੇ। ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜਦੋਂ ਆਪਾਂ ਜੀਵਨ ਦੇ ਉੱਤੇ ਝਾਤੀ ਮਾਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਜੀਵਨ ਪੂਰਾ ਦਾ ਪੂਰਾ ਜੀਵਨ ਕਾਲ ਜੋ ਹੈ, ਉਹ ਹੁਕਮ ਮੰਨਣ ਦੇ ਉੱਤੇ ਨਿਰਭਰ ਕਰਦਾ ਰਿਹਾ। ਔਰ ਉਸ ਤੋਂ ਬਾਅਦ ਅਗਰ ਜਦੋਂ ਅਸੀਂ ਉਸ ਤੋਂ ਅੱਗੇ ਚੱਲਦੇ ਹਾਂ, ਤਾਂ ਫਿਰ ਇੱਕ ਗੱਲ ਜਿਹੜੀ ਆਉਂਦੀ ਹੈ ਉਹਨਾਂ ਦੀ ਪਾਠਸ਼ਾਲਾ ਦੀ ਆਉਂਦੀ ਹੈ। ਹੁਣ ਪਾਠਸ਼ਾਲਾ ਦੇ ਨਾਲ ਹੀ ਗੱਲ ਚੱਲੂਗੀ, ਉਦੋਂ ਗੁਰਮੁਖੀ ਦੀ ਗੱਲ ਵੀ ਚੱਲੂਗੀ। ਗੁਰਮੁਖੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਟੌਪਿਕ ਹੈ, ਜਿਹੜਾ ਕਿ ਮੈਂ ਪਹਿਲਾਂ ਹੀ ਬੋਲ ਚੁੱਕੀ ਹਾਂ ਕਿ ਜਦੋਂ ਵੀ ਮੈਨੂੰ ਗੁਰਮੁਖੀ ਦੀ ਗੱਲ ਕਰਨੀ ਹੋਈ, ਤਾਂ ਮੈਨੂੰ ਬਕਾਇਦਾ ਇੱਕ ਪ੍ਰੋਪਰ ਪੂਰਾ ਦਾ ਪੂਰਾ ਇੱਕ ਐਪੀਸੋਡ ਜਿਹੜਾ ਉਹ ਗੁਰਮੁਖੀ ਨੂੰ ਦੇਣਾ ਪੈਣਾ। ਕਿਉਂਕਿ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਗੁਰਮੁਖੀ ਦੀ ਜਿਹੜੀ ਮਹੱਤਵ ਹੈ ਉਹ ਹੈ ਕੀ, ਗੁਰੂ ਅੰਗਦ ਦੇਵ ਪਾਤਸ਼ਾਹ ਦਾ ਰੋਲ ਕੀ। ਫਿਰ ਜਿਹੜੇ ਪਾਠਸ਼ਾਲਾ ਦੇ ਵਿੱਚ ਉਹਨਾਂ ਨੇ ਬਕਾਇਦਾ ਗੁਰਮੁਖੀ ਪੜ੍ਹਾਉਣੀ ਸ਼ੁਰੂ ਕੀਤੀ, ਤਾਂ ਉਹਨਾਂ ਨੇ ਕਿਉਂ ਸ਼ੁਰੂ ਕੀਤੀ? ਇਹ ਸਾਨੂੰ ਸਾਰੀਆਂ ਗੱਲਾਂ ਨੂੰ ਸਮਝਣਾ ਪਊਗਾ, ਕਿਉਂਕਿ ਅੱਜ ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ, ਹੈ ਨਾ। ਸਾਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਆਪਣੇ ਗੁਰੂਆਂ ਨਾਲੋਂ ਵੱਧ ਸਮਝਦਾਰ ਹਾਂ। ਸਾਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਕਿਹੜੀ ਭਾਸ਼ਾ ਜਿਹੜੀ ਆ ਉਹ ਠੀਕ ਆ, ਕਿਹੜੀ ਨਹੀਂ ਠੀਕ, ਕਿਹੜੀ ਸਿੱਖਣੀ ਲਾਜ਼ਮੀ ਆ, ਕਿਹੜੀ ਸਿੱਖਣੀ ਨਹੀਂ ਲਾਜ਼ਮੀ। ਤਾਂ ਇਹ ਸਾਰੀਆਂ ਗੱਲਾਂ ਦੇ ਜਿਹੜੇ ਹੱਲ ਜਦੋਂ ਆਪਾਂ ਜਵਾਬ ਲੱਭਾਂਗੇ, ਤਾਂ ਸਾਨੂੰ ਬਕਾਇਦਾ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜੀਵਨੀ ਦੇ ਉੱਤੇ ਝਾਤ ਮਾਰਨੀ ਪਊਗੀ। ਸਮਝਣਾ ਪਊਗਾ ਕਿ ਉਹਨਾਂ ਨੇ ਗੁਰਮੁਖੀ ਨੂੰ ਜੋ ਤਰਤੀਬ ਦਿੱਤੀ, ਉਹ ਕਿਉਂ ਦਿੱਤੀ, ਕਿਵੇਂ ਦਿੱਤੀ, ਉਹ ਸਾਰਾ ਕੁਝ ਸਮਝਣਾ ਪਊਗਾ। ਫਿਰ ਸਾਡੇ ਆਨਸਰਸ ਨਿਕਲ ਕੇ ਆਉਣਗੇ। ਇਸ ਕਰਕੇ ਉਹਦੇ ਵਾਸਤੇ ਇੱਕ ਪ੍ਰੋਪਰ ਪੂਰਾ ਦਾ ਪੂਰਾ ਐਪੀਸੋਡ ਜਿਹੜਾ ਉਹ ਅਲੱਗ ਤੋਂ ਹੋਊਗਾ। ਮੈਂ ਆਸ ਕਰਦੀ ਹਾਂ ਕਿ ਅਗਲਾ ਜਿਹੜਾ ਐਪੀਸੋਡ ਆ ਉਹ ਮੈਂ ਗੁਰਮੁਖੀ ਦੇ ਉੱਤੇ ਹੀ ਰੱਖੂੰਗੀ। ਜਿਹੜਾ ਅੱਜ ਦਾ ਐਪੀਸੋਡ ਹੈ ਉਹਦੇ ਵਿੱਚ ਆਪਾਂ ਅਗਲੀ ਪਾਠਸ਼ਾਲਾ ਤੋਂ ਹੀ ਅੱਗੇ ਗੱਲ ਤੋਰਨੀ ਆ। ਪਾਠਸ਼ਾਲਾ ਤੋਂ ਜਿਹੜੀ ਅਗਲੀ ਗੱਲ ਸਾਹਮਣੇ ਆਉਂਦੀ ਆ, ਉਹ ਮੱਲ ਅਖਾੜਿਆਂ ਦੀ ਗੱਲ ਆਉਂਦੀ ਆ। ਹੁਣ ਜਦੋਂ ਅਸੀਂ ਪਾਠਸ਼ਾਲਾ ਦੀ ਗੱਲ ਕਰਾਂਗੇ, ਗੁਰਮੁਖੀ ਦੀ ਗੱਲ ਕਰਾਂਗੇ, ਤੇ ਨਾਲ ਮੱਲ ਅਖਾੜਿਆਂ ਦੀ ਗੱਲ ਵੀ ਸਾਨੂੰ ਕਰਨੀ ਪਊਗੀ। ਅੱਜ ਦਾ ਜਿਹੜਾ ਐਪੀਸੋਡ ਆ, ਆਪਾਂ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸਥਾਪਿਤ ਕੀਤੇ ਗਏ ਜਿਹੜੇ ਮੱਲ ਅਖਾੜੇ ਨੇ, ਉਹਨਾਂ ਦਾ ਕੰਟੈਕਸਟ ਕੀ ਆ, ਔਰ ਗੁਰੂ ਨਾਨਕ ਪਾਤਸ਼ਾਹ ਦਾ ਕਿਹੜਾ ਪੂਰਨਾ ਸੀ ਜਿਹਦੇ ਉੱਪਰ ਮੱਲ ਅਖਾੜੇ ਜਿਹੜੇ ਆ ਉਹ ਅੱਗੇ ਪ੍ਰੈਕਟੀਕਲ ਰੂਪ ਲੈ ਕੇ ਆਉਂਦੇ ਆ, ਇਸ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਹੁਣ ਗੁਰੂ ਦੇ ਸਿੱਖਾਂ ਲਈ ਜਿਹੜਾ ਹੁਕਮ ਮੰਨਣਾ ਆ ਉਹ ਲਾਜ਼ਮੀ ਆ।
ਹੈ ਨਾ, ਕਿਉਂਕਿ ਗੁਰੂ ਨੇ ਔਰ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਦੇਖਿਆ ਆ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਬਕਾਇਦਾ ਹੁਕਮ ਮੰਨ ਕੇ ਸਿਖਾਇਆ ਕਿ ਇੱਦਾਂ ਹੁਕਮ ਮੰਨੇ ਜਾਂਦੇ ਆ। ਜਦੋਂ ਇੱਕ ਵਾਰੀ ਕਿਸੇ ਨੂੰ ਗੁਰੂ ਧਾਰ ਲਿਆ, ਜਦੋਂ ਇੱਕ ਵਾਰੀ ਕਿਸੇ ਨੂੰ ਆਪਣਾ ਰਹਿਬਰ ਧਾਰ ਲਿਆ, ਤਾਂ ਉਸ ਤੋਂ ਬਾਅਦ ਕਿੰਤੂ ਪਰੰਤੂ ਨਹੀਂ ਹੁੰਦਾ। ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਗੱਲ ਹੈ, ਜਿਸ ਤਰੀਕੇ ਵੀ ਜੋ ਵੀ ਹੁਕਮ ਹੈ, ਤਾਂ ਉਹ ਹੁਕਮ ਸਿਰ ਮੱਥੇ ਹੋਇਆ ਕਰਦਾ। ਹੁਣ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜਾਂ ਆਪਾਂ ਇੰਝ ਕਹਿ ਲਈਏ ਕਿ ਜਿਹੜੇ ਸਿੱਖ ਗੁਰੂ ਮਾਨਿਓ ਗ੍ਰੰਥ ਦਾ ਜਿਹੜਾ ਹੁਕਮ ਹੈ ਸਾਨੂੰ ਉਹਦੇ ਤਾਬਿਆਦਾਰ ਨੇ, ਜਿਹੜੇ ਉਸ ਹੁਕਮ ਨੂੰ ਮੰਨ ਕੇ ਅੱਗੇ ਚੱਲਦੇ ਨੇ, ਉਹਨਾਂ ਦੇ ਲਈ ਗੁਰੂ ਪਾਤਸ਼ਾਹ ਦੀ ਜੀਵਨ ਕਾਲ ਦੇ ਵਿੱਚ ਨਿਕਲੇ ਹੋਏ ਹਰ ਇੱਕ ਨਿਯਮ ਨੂੰ ਮੰਨਣਾ ਹੁਕਮ ਮੰਨਣ ਦੇ ਬਰਾਬਰ ਹੈ। ਸਾਨੂੰ ਉਹਨਾਂ ਨੂੰ ਹੁਕਮ ਕਰਕੇ ਹੀ ਜਾਣਨਾ ਪਊਗਾ। ਇਸੇ ਗੱਲ ਦੇ ਉੱਤੇ ਆਪਾਂ ਅੱਗੇ ਚੱਲਦੇ ਹਾਂ। ਹੁਣ ਗੁਰੂ ਘਰਾਂ ਦੇ ਵਿੱਚ ਅਸੀਂ ਸੰਗਤ ਤੇ ਪੰਗਤ ਜਿੰਨਾ ਅਸੀਂ ਧਿਆਨ ਸੰਗਤ ਤੇ ਪੰਗਤ ਨੂੰ ਦੇ ਦਿੱਤਾ, ਕਿਤੇ ਨਾ ਕਿਤੇ ਅਸੀਂ ਪਾਠਸ਼ਾਲਾਵਾਂ ਜਿਹੜੀਆਂ ਆਪਣੀਆਂ ਪਿੱਛੇ ਛੱਡਿਆ ਹੈ, ਆਪਾਂ ਮੱਲ ਅਖਾੜੇ ਪਿੱਛੇ ਛੱਡਿਆ ਹੈ। ਪਰ ਜੇਕਰ ਅਸੀਂ ਹੁਕਮ ਮੰਨ ਰਹੇ ਹਾਂ, ਆਪਣੇ ਗੁਰੂ ਦਾ ਹੁਕਮ ਮੰਨ ਰਹੇ ਹਾਂ, ਤਾਂ ਗੁਰੂ ਦੇ ਸਾਰੇ ਨਿਯਮ ਸਾਨੂੰ ਫੋਲੋ ਕਰਨੇ ਪੈਣਗੇ, ਜਿਨ੍ਹਾਂ ਵਿੱਚੋਂ ਪਾਠਸ਼ਾਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਿਯਮ ਸੀ। ਪਿਛਲੀ ਵਾਰੀ ਆਪਾਂ ਡਿਸਕਸ ਕੀਤਾ ਕਿ ਉਹ ਨਿਯਮ ਕਿਉਂ ਸੀ, ਹੈ ਨਾ। ਮੈਨੂੰ ਇੱਕ ਈਮੇਲ ਪੜ੍ਹ ਕੇ ਬਹੁਤ ਖੁਸ਼ੀ ਵੀ ਹੋਈ। ਮੈਨੂੰ ਇੰਦਰ ਸਿੰਘ ਉੱਪਲ ਜੀ ਹੁਣਾਂ ਨੇ ਇੱਕ ਈਮੇਲ ਲਿਖੀ, ਤੇ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਵਰਗੇ ਤੇ ਹੋਰ ਐਸੇ ਕਈ ਹੋਰ ਸਿੱਖ ਨੇ ਜਿਹੜੇ ਇਸ ਕੰਮ ਦੇ ਵਿੱਚ, ਜਿਹੜੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪਾਠਸ਼ਾਲਾ ਦੇ ਵਿੱਚ ਜਿਹੜਾ ਆਪਣਾ ਹੱਥ ਵਟਾਉਣ ਦੇ ਲਈ ਤਿਆਰ ਨੇ। ਮੈਨੂੰ ਇਹ ਈਮੇਲ ਪੜ੍ਹ ਕੇ ਬਹੁਤ ਖੁਸ਼ੀ, ਔਰ ਮੈਂ ਬਕਾਇਦਾ ਈਮੇਲ ਦੇ ਜਵਾਬ ਵਿੱਚ ਉਹਨਾਂ ਨੂੰ ਇਹ ਲਿਖਿਆ ਵੀ ਕਿ ਇਸ ਈਮੇਲ ਪੜ੍ਹਨ ਤੋਂ ਬਾਅਦ ਕਿੰਨਾ ਚਿਰ ਮੇਰੇ ਮੂੰਹ ਤੋਂ ਸਮਾਈਲ ਗਈ ਨਹੀਂ। ਉਹਦਾ ਕਾਰਨ ਇੱਕੋ ਹੀ ਸੀ, ਕਿਉਂਕਿ ਮੈਨੂੰ ਇੱਕ ਹੋਪ ਨਜ਼ਰ ਆਈ ਬਹੁਤ ਜ਼ਿਆਦਾ। ਅਸੀਂ ਔਰ ਮੈਂ ਤਾਂ ਖਾਸ ਤੌਰ 'ਤੇ ਸਮਝਦੀ ਰਹੀ ਹਾਂ ਅਜੇ ਤੱਕ ਕਿ ਸ਼ਾਇਦ ਅਸੀਂ ਸਾਰੇ ਨਾ ਇੱਕ ਆਰਗੇਨਾਈਜੇਸ਼ਨ ਦੇ ਨਾਲ ਬੱਝਣਾ ਚਾਹੁੰਦੇ ਹਾਂ। ਸਾਨੂੰ ਲੱਗਦਾ ਕਿ ਸਾਡਾ ਕੰਮ ਕੋਈ ਹੋਰ ਕਰੇ, ਅਸੀਂ ਸਿਰਫ ਪੈਸੇ ਦੇ ਦਿਆਂਗੇ। ਪਰ ਜਦੋਂ ਉੱਪਲ ਸਾਹਿਬ ਹੋਣਾ ਵਰਗਿਆਂ ਦੀਆਂ ਈਮੇਲਸ ਆਉਂਦੀਆਂ ਨੇ ਔਰ ਉਹ ਦੱਸਦੇ ਨੇ ਕਿ ਅਸੀਂ ਵੀ ਇੱਦਾਂ ਹੀ ਕਰਨਾ ਚਾਹੁੰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਆਮ ਸਿੱਖ ਹੈ, ਜਿਹੜਾ ਗੁਰਸਿੱਖ ਬੱਚੇ ਨੇ ਪਰ ਉਹਨਾਂ ਦੀ ਕਿਤੇ ਤੱਕ ਪਹੁੰਚ ਨਹੀਂ, ਉਹਨਾਂ ਨੂੰ ਅੱਗੇ ਲਿਆਂਦਾ ਜਾਵੇ, ਤਾਂ ਯਕੀਨ ਮੰਨਿਆ ਜੇ ਕਿ ਬਹੁਤ ਖੁਸ਼ੀ ਹੁੰਦੀ ਆ। ਉਦੋਂ ਲੱਗਦਾ ਆ ਕਿ ਜਿਹੜਾ ਅੱਧਾ ਪੌਣਾ ਘੰਟਾ ਇੱਥੋਂ ਬੋਲ ਕੇ ਜਾਈਦਾ ਆ ਔਰ ਉਸ ਤੋਂ ਪਹਿਲਾਂ ਜਿਹੜੀ ਉਹਦੀ ਤਿਆਰੀ ਕਰੀ ਦੀ, ਸ਼ਾਇਦ ਕਿਤੇ ਨਾ ਕਿਤੇ ਸਾਰਥਕ ਹੈਗੀ ਆ, ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਇੰਪੈਕਟ ਹੈ। ਮੈਂ ਉਹੀ ਗੱਲ ਅੱਜ ਫੇਰ ਦੁਹਰਾ ਰਹੀ ਹਾਂ। ਮੈਂ ਇਹ ਕਿਹਾ ਸੀਗਾ ਕਿ ਆਪਾਂ ਸਾਰੇ ਹੀ 2-2 ਬੱਚੇ ਅਡੋਪਟ ਕਰ ਲਈਏ, ਬਹੁਤੇ ਨਹੀਂ, ਸਿਰਫ 2 ਬੱਚੇ ਅਡੋਪਟ ਕਰ ਲਈਏ, ਜਿਨ੍ਹਾਂ ਦਾ ਸਾਨੂੰ ਉਹਨਾਂ ਦੇ ਕਿਸੇ ਸਰਪੰਚ ਦੇ ਨਾਲ ਕੋਈ ਲੈਣ ਦੇਣ ਨਾ ਹੋਵੇ। ਸਾਨੂੰ ਕਿਸੇ ਸਰਪੰਚ ਨੂੰ ਨਾ ਕਹਿਣਾ ਪਵੇ ਕਿ ਸਰਪੰਚ ਸਾਹਿਬ ਤੁਸੀਂ ਆਪਣੇ ਪਿੰਡ ਦੇ 2 ਹੋਣਹਾਰ ਬੱਚੇ ਸਾਨੂੰ ਦਿਓ। ਨਹੀਂ, ਸਾਨੂੰ ਬਕਾਇਦਾ ਇੱਕ ਤਰੀਕੇ ਦੇ ਨਾਲ, ਇੱਕ ਪਲਾਨ ਦੇ ਨਾਲ। ਉੱਪਲ ਸਾਹਿਬ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਇਹ ਕਿੱਦਾਂ ਕੀਤਾ ਜਾ ਸਕਦਾ। ਮੈਂ ਉਹਨਾਂ ਨੂੰ ਈਮੇਲ ਦੇ ਥਰੂ ਹੀ ਉਹਨਾਂ ਦਾ ਜਵਾਬ ਵੀ ਦਿੱਤਾ ਕਿ ਐਕਸ਼ਨ ਪਲਾਨਸ ਹੈਗੇ ਆ, ਹੈ ਨਾ, ਪਰ ਉਹਨਾਂ ਐਕਸ਼ਨ ਪਲਾਨਸ ਨੂੰ ਅੱਗੇ ਐਗਜ਼ੀਕਿਊਟ ਕਿੱਦਾਂ ਕਰਨਾ ਡਿਪੈਂਡ ਕਰੂਗਾ ਕਿ ਸਾਡੀ ਟੀਮ ਕਿੱਡੀ ਵੱਡੀ ਆ। ਹੁਣ ਟੀਮ ਤੋਂ ਮੇਰਾ ਮਤਲਬ ਕੋਈ ਆਰਗੇਨਾਈਜੇਸ਼ਨ ਨਹੀਂ, ਮੈਂ ਕਿਸੇ ਆਰਗੇਨਾਈਜੇਸ਼ਨ ਦਾ ਐਜ਼ ਇਟ ਇਜ਼ ਹਿੱਸਾ ਨਹੀਂ ਔਰ ਨਾ ਮੈਂ ਕਦੀ ਹੋਊਂਗੀ। ਪਰ ਟੀਮ ਤੋਂ ਮੇਰਾ ਮਤਲਬ ਹੈ ਕਿ ਜਿੱਦਾਂ ਹੁਣ ਅਗਰ ਮੈਂ ਆ, ਮੇਰੀ ਇੱਕ ਪਰਟੀਕੂਲਰ ਵਿਚਾਰਧਾਰਾ, ਮੇਰੇ ਨਾਲ ਦੇ ਜਿੰਨੇ ਵੀ ਵਿਚਾਰਧਾਰਾ ਵਾਲੇ ਲੋਕ ਨੇ, ਉਹ ਇੱਕ ਟੀਮ ਹੋ ਜਾਂਦੀ ਆ। ਆਪਾਂ ਅਗਰ ਮੰਨ ਲਓ ਕਿ 10 ਜਾਣੇ ਵੀ ਐਸੇ ਹੈ ਜਿਹੜੇ ਸੋਚਦੇ ਆ ਕਿ ਇਸ ਤਰੀਕੇ ਦਾ ਕੋਈ ਨਾ ਕੋਈ ਉਪਰਾਲਾ ਹੋਣਾ ਚਾਹੀਦਾ, ਤਾਂ ਆਪਾਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਐਗਜ਼ੀਕਿਊਸ਼ਨ ਦੇ ਤਰੀਕੇ ਦੇ ਨਾਲ ਔਰ ਕਰੀਏ। ਪਰ ਆਪਾਂ ਐਗਜ਼ੀਕਿਊਟ ਇੰਡੀਵਿਜੂਅਲੀ, ਮੈਂ ਆਪਣੇ 2 ਬੱਚਿਆਂ ਨੂੰ ਇੰਡੀਵਿਜੂਅਲੀ ਐਗਜ਼ੀਕਿਊਟ ਕਰਾਂ, ਦੂਜਾ ਕੋਈ ਹੋਰ ਆਪਣੇ 2 ਬੱਚਿਆਂ ਨੂੰ ਐਗਜ਼ੀਕਿਊਟ ਕਰੇ, ਇਸ ਤਰੀਕੇ ਨਾਲ। ਪਰ ਇੱਕ ਐਕਸ਼ਨ ਪਲਾਨ, ਅਗਰ ਤੁਹਾਨੂੰ ਲੱਗਦਾ ਹੈ ਕਿ ਐਕਸ਼ਨ ਪਲਾਨ ਕਿੱਦਾਂ ਹੋ ਸਕਦਾ, ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਜਿੰਨੇ ਜੋਗੀ ਮੈਂ ਹੈਗੀ ਹਾਂ, ਜਿੰਨੀ ਕੁ ਗੁਰੂ ਮਹਾਰਾਜ ਮੈਨੂੰ ਹੁਕਮ ਦੇਣਗੇ, ਜਿੰਨੀ ਕੁ ਮੈਨੂੰ ਮੱਤ ਬਖਸ਼ਣਗੇ, ਮੈਂ ਉਹਦੇ ਨਾਲ ਤੁਹਾਡੀ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗੀ। ਆਪਾਂ ਸੋਚ ਕੇ ਦੇਖੀਏ, ਪੰਜਾਬ ਦੇ ਵਿੱਚ ਤਕਰੀਬਨ 12,729 ਪਿੰਡ ਨੇ, ਜੋ ਕਿ ਲਿਖਤੀ ਆਉਂਦਾ। ਹੁਣ 12,729, 729 ਨੂੰ ਆਪਾਂ ਛੱਡ ਦਿੰਦੇ ਹਾਂ, 12,000 ਹੀ ਰੱਖ ਲਓ। ਤਕਰੀਬਨ ਹਰ ਪਿੰਡ ਦੇ ਵਿੱਚੋਂ 1 ਜਾਂ 2 ਬੰਦੇ ਤਾਂ ਬਾਹਰ ਹੈਗੇ NRI ਹੈਗੇ ਆ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ। ਅਗਰ ਅਸੀਂ ਸਾਰੇ ਜਿਹੜੇ ਬਾਹਰ ਬੈਠੇ ਆ, ਅਗਰ ਉਹ ਸਾਰੇ ਇਹ ਸੋਚਣਾ ਸ਼ੁਰੂ ਕਰ ਦਈਏ ਕਿ ਮੈਂ ਆਪਣੇ ਪਿੰਡ ਤੋਂ, ਮੈਂ ਆਪਣੇ ਕਸਬੇ ਤੋਂ, ਮੈਂ ਆਪਣੇ ਮੁਹੱਲੇ ਤੋਂ ਹੀ ਚਲੋ 1 ਜਾਂ 2 ਬੱਚੇ ਜ਼ਰੂਰ ਪੜ੍ਹਾਉਣੇ ਆ, ਤਾਂ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ। ਜੇ ਇੱਕ ਪਿੰਡ ਤੋਂ 2 ਜਣੇ ਬਾਹਰ ਆ, ਦੋਨੋਂ ਜਣੇ ਇਕੱਠੇ ਹੋ ਕੇ ਕਲੱਬ ਕਰਕੇ ਸੋਚ ਲੈਣ ਕਿ ਚੱਲ ਇੱਕ ਬੱਚਾ ਤੂੰ ਪੜ੍ਹਾ, ਇੱਕ ਮੈਂ ਪੜ੍ਹਾਊਂਗਾ। ਸੋਚ ਕੇ ਦੇਖਿਓ ਜੇ ਕਿ 12,000 ਪਿੰਡਾਂ ਦੇ ਵਿੱਚੋਂ 2 ਨਾਲ ਗੁਣਾ ਕਰ ਲਓ, 2 ਨਾਲ ਮਲਟੀਪਲਾਈ ਕਰ ਲਓ, 24,000 ਬੱਚਾ ਅਸੀਂ ਜਿਹੜਾ ਨਾ ਉਹ ਤਿਆਰ ਕਰ ਲਾਂਗੇ।
ਹੁਣ ਜਰਾ ਉਹ ਮੰਜ਼ਰ ਸੋਚ ਕੇ ਦੇਖਿਓ, ਜਦੋਂ 24,000 ਬੱਚਾ ਸਾਡਾ ਐਜੂਕੇਟਡ, ਵੈਲ ਐਜੂਕੇਟਡ ਗੁਰਸਿੱਖ ਬੱਚਾ, ਕੋਈ ਜੱਜ ਲੱਗਾ ਹੋਊਗਾ, ਕੋਈ DSP, ਕੋਈ SSP ਪ੍ਰਮੋਸ਼ਨਲ ਬੇਸਿਸ ਦੇ ਉੱਪਰ ਜਾਊਗਾ, ਕੋਈ UN ਦੇ ਵਿੱਚ ਬੈਠਾ ਹੋਊਗਾ, ਕੋਈ ਕਿਸੇ ਜਗ੍ਹਾ ਦੇ ਉੱਤੇ ਕਿਸੇ ਮੈਡੀਕਲ ਐਸੋਸੀਏਸ਼ਨ ਦਾ ਪ੍ਰਧਾਨ ਹੋਊਗਾ, ਕੋਈ ਐਗਰੀਕਲਚਰਲ ਜਿਹੜੀ ਐਸੋਸੀਏਸ਼ਨ ਹੈ ਵਰਲਡ ਵਾਈਡ, ਉਹਨਾਂ ਦਾ ਕਿਸੇ ਇੱਕ ਵੱਡੀ ਪੋਜੀਸ਼ਨ ਦੇ ਉੱਪਰ ਬੈਠਾ ਹੋਊਗਾ। ਸੋਚ ਕੇ ਦੇਖਿਓ, ਜਦੋਂ ਇਹ ਮੰਜ਼ਰ ਹੋਊਗਾ, ਜਦੋਂ 24,000 ਪੱਗਾਂ ਜਾਂ ਚੁੰਨੀਆਂ ਸਾਨੂੰ ਆਸ-ਪਾਸ ਸਾਰੇ ਪਾਸੇ ਦਿਖਣਗੀਆਂ ਟੌਪ ਨੋਚ ਪੋਜੀਸ਼ਨਸ ਦੇ ਉੱਪਰ, ਉਦੋਂ ਸਿੱਖੀ ਦਾ ਜਿਹੜਾ ਉਹ ਮਹਿਲ ਹੈ ਨਾ, ਉਦੋਂ ਉਸਾਰਿਆ ਜਾਊਗਾ। ਅਸੀਂ 24,000 ਸਿੱਖੀ ਦੇ ਮਹਿਲ ਕੁਝ ਕੁ ਸਾਲਾਂ ਦੇ ਵਿੱਚ ਹੀ ਉਸਾਰ ਸਕਦੇ ਹਾਂ, ਅਗਰ ਅਸੀਂ ਚਾਹੀਏ ਤੇ। ਪਰ ਉਹਦੇ ਵਾਸਤੇ ਸਾਨੂੰ ਜਿਹੜਾ ਇੱਕ ਦੂਜੇ ਨਾਲ ਜਿਹੜੀ ਉਹ ਖਹਿਬਾਜ਼ੀ ਆ ਨਾ, ਉਹ ਛੱਡਣੀ ਪਊਗੀ। ਸਾਨੂੰ ਇਹ ਸਮਝਣਾ ਪਊਗਾ ਕਿ ਹੋ ਸਕਦਾ ਕਿ ਕਿਰਨਪ੍ਰੀਤ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋਣ, ਪਰ ਇਹਦੇ 'ਚ ਇੱਕ ਗੁਣ ਹੈਗਾ, ਚੱਲ ਮੈਂ ਉਸ ਇੱਕ ਗੁਣ ਦੇ ਨਾਲ ਕਰ ਲੈਣਾ, ਹੈ ਨਾ, ਉਹ ਇੱਕ ਗੁਣ ਨੂੰ ਮੈਂ ਅਪਣਾ ਲੈਣਾ, ਬਾਕੀ ਆਪਾਂ ਛੱਡ ਦਿੰਦੇ ਹਾਂ। ਇਸੇ ਤਰੀਕੇ ਨਾਲ ਮੈਨੂੰ ਲੱਗ ਸਕਦਾ ਕਿ ਫਲਾਣੇ ਬੰਦੇ 'ਚ ਬਹੁਤ ਕਮੀਆਂ, ਪਰ ਉਹਦੇ ਵਿੱਚ ਕੋਈ ਇੱਕ ਗੁਣ ਹੈ, ਔਰ ਉਸ ਇੱਕ ਗੁਣ ਨੂੰ ਲੈ ਕੇ ਆਪਾਂ ਅੱਗੇ ਚੱਲ ਪਈਏ। ਸਾਨੂੰ ਇਕੱਠਿਆਂ ਹੋ ਕੇ ਇਹ ਕੰਮ ਕਰਨਾ ਪਊਗਾ। ਮੇਰਾ ਇਹ ਐਪੀਸੋਡ ਖਤਮ ਹੋਣ ਤੋਂ ਬਾਅਦ ਆਪਣਾ TV ਚੈਨਲ, ਜਦੋਂ ਤੁਸੀਂ TV ਆਫ ਕਰੋਗੇ ਜਾਂ ਆਪਣਾ ਰੋਟੀ ਪਾਣੀ ਖਾਓਗੇ, ਜਸਟ ਵਿਜ਼ੂਅਲਾਈਜ਼ ਕਰਕੇ ਦੇਖਿਓ ਕਿ 2-2 ਬੱਚੇ, ਅਗਰ ਹਰ ਇੱਕ 12,000 ਬੰਦਾ, ਅਗਰ 12,000 ਬੰਦਾ ਜੋ ਕਿ ਪਿੰਡਾਂ ਦੇ ਵਿੱਚੋਂ ਹੀ ਆ, ਉਹ 2-2 ਬੱਚੇ ਵੀ ਅਡੋਪਟ ਕਰ ਲੈਂਦਾ ਆ, ਔਰ ਅਡੋਪਟ ਇੱਦਾਂ ਕਿ ਉਹਨਾਂ ਨੂੰ 5ਵੀਂ ਕਲਾਸ ਜਾਂ 4ਥੀ ਕਲਾਸ ਜਾਂ 3ਜੀ ਕਲਾਸ, ਜਿਹੜੀ ਵੀ ਕਲਾਸ ਤੁਹਾਨੂੰ ਲੱਗਦਾ, ਉਹਨਾਂ ਨੂੰ ਉੱਥੋਂ ਉਂਗਲ ਫੜ ਕੇ ਤੇ ਬਕਾਇਦਾ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ ਨਾ। ਉਹਨਾਂ ਦਾ ਜਿਹੜਾ ਮੈਂਟਲ ਇੰਟੈਲੈਕਚੁਅਲ ਲੈਵਲ ਇਸ ਤਰੀਕੇ ਨਾਲ ਬਣਾਉਣਾ ਕਿ ਬੱਚੇ ਇਹ ਨਾ ਕਹਿਣ ਕਿ ਉਹਨਾਂ ਦਾ, ਜਦੋਂ ਬੱਚੇ ਨੂੰ ਪੁੱਛੋ ਤੇਰਾ ਏਮ ਕੀ ਆ, ਤਾਂ ਇਹ ਨਾ ਕਵੇ ਕਿ ਮੈਂ ਇੰਗਲੈਂਡ ਜਾਣਾ ਆ ਜਾਂ ਮੈਂ ਅਮਰੀਕਾ ਜਾਣਾ ਆ। ਉਹ ਕਵੇ ਮੈਂ ਅਮਰੀਕਾ ਜਾਣਾ ਨਾਸਾ 'ਚ ਜਾਣ ਵਾਸਤੇ। ਉਹ ਕਹੇ ਮੈਂ ਇੰਗਲੈਂਡ ਆਉਣਾ ਆ ਕਿਸੇ ਪਰਟੀਕੂਲਰ ਯੂਨੀਵਰਸਿਟੀ ਆਕਸਫੋਰਡ ਦੇ ਵਿੱਚ ਪੜ੍ਹਾਉਣ ਵਾਸਤੇ। ਕੁਝ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਬੱਚਿਆਂ ਦੇ ਜਿਹੜਾ ਮੈਂਟਲ ਸਟੇਟ ਆ ਨਾ, ਉਹਨੂੰ ਫਾਰਮੂਲੇਟ ਕਰਨਾ ਸ਼ੁਰੂ ਕਰੀਏ। ਇਮੈਜਿਨ ਕਰਕੇ ਦੇਖਿਓ, 24,000 ਪੱਗਾਂ, ਸਿਰਫ ਸੋਚ ਕੇ ਦੇਖਿਓ। ਅੱਜ ਸਿਰਫ ਸਾਡੇ ਕੋਲ ਬੜੇ ਅੱਛੇ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ, ਜਿੱਦਾਂ ਆਪਣੇ ਕੋਲ ਇੱਥੇ ਤਨਮਨਜੀਤ ਸਿੰਘ ਢੇਸੀ ਹੈ, ਜਾਂ ਸਾਡੇ ਕੋਲ ਹੋਰ ਵੀ ਕੈਨੇਡਾ ਦੇ ਵਿੱਚ ਹੈ, ਕਈ ਜਗ੍ਹਾ ਦੇ ਉੱਤੇ ਸਾਡੇ ਜਿਹੜੇ ਪੱਗਾਂ ਵਾਲੇ ਜਾਂ ਕੇਸਕੀਆਂ ਬੰਨ੍ਹ ਕੇ ਜਿਹੜੀਆਂ ਸਾਡੀਆਂ ਭੈਣਾਂ ਨੇ, ਉਹ ਕੰਮ ਕਰ ਰਹੀਆਂ ਨੇ। ਆਪਾਂ ਇਹ ਸੋਚ ਕੇ ਦੇਖੀਏ ਕਿ ਉਹ ਦੇਖਣ ਤੋਂ ਪਤਾ ਲੱਗ ਜਾਂਦਾ ਕਿ ਇਹ ਸਿੱਖ ਆ। ਹੁਣ ਇਹ ਸੋਚੋ ਕਿ ਜੇ ਇਵੇਂ ਦੀਆਂ ਸਾਡੇ ਕੋਲ 24,000 ਪੱਗਾਂ ਪੂਰੇ ਦੁਨੀਆ ਦੇ ਵਿੱਚ ਘੁੰਮ ਰਹੀਆਂ ਹੋਣ, ਤਾਂ ਸਿੱਖੀ ਦਾ ਜਿਹੜਾ ਬੋਲਬਾਲਾ ਆ, ਜਿਹੜੀ ਆਪਾਂ ਨਿੱਤ ਦਿਨ ਅਰਦਾਸ 'ਚ ਮੰਗਦੇ ਹਾਂ, ਉਹ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਊਗਾ। ਸਾਨੂੰ ਗੁਰੂ ਮਹਾਰਾਜ ਨੇ ਦੁਨੀਆ 'ਤੇ ਰਾਜ ਕਰਨ ਨੂੰ ਰੱਖਿਆ ਆ, ਔਰ ਰਾਜ ਦਾ ਮਤਲਬ ਹਲੇਮੀ ਰਾਜ ਦਾ ਮਤਲਬ ਇਹ ਨਹੀਂ ਕਿ ਜਿਸ ਤਰੀਕੇ ਦੇ ਰਾਜ ਅਕਸਰ ਦੇਸ਼ ਕਰਦੇ ਹੁੰਦੇ ਆ, ਉਹ ਰਾਜ ਸਾਡਾ ਰਾਜ ਨਹੀਂ ਹੈ। ਸਾਡਾ ਰਾਜ ਦਿਲਾਂ ਦੇ ਉੱਤੇ, ਸਾਡਾ ਰਾਜ ਹਲੇਮੀ ਰਾਜ ਹੈ, ਔਰ ਉਹ ਹਲੇਮੀ ਰਾਜ ਦੀ ਨੀਂਹ ਉਦੋਂ ਰੱਖੀ ਜਾਊਗੀ ਜਦੋਂ ਸਿੱਖੀ ਦੇ ਬੋਲਬਾਲੇ ਹੋਣਗੇ। ਔਰ ਬੋਲਬਾਲੇ ਕਰਨ ਵਾਸਤੇ ਸਾਨੂੰ ਗੁਰੂ ਅੰਗਦ ਪਾਤਸ਼ਾਹ ਦੀ ਸਿਰਜੀ ਹੋਈ ਪਾਠਸ਼ਾਲਾ ਦੇ ਵਿੱਚ ਨੌਕਰ ਵਜੋਂ ਨੌਕਰੀ ਕਰਨੀ ਪਊਗੀ। ਸਾਨੂੰ ਬਕਾਇਦਾ ਇਹ ਸਮਝ ਕੇ ਕਰਨਾ ਪਊਗਾ ਕਿ ਅਸੀਂ ਉਹਨਾਂ ਦੇ ਚਾਕਰ ਹਾਂ ਔਰ ਨੌਕਰੀ ਕਰ ਰਹੇ ਹਾਂ ਅਸੀਂ ਉਸ ਪਾਠਸ਼ਾਲਾ ਦੇ ਵਿੱਚ। ਹੁਣ ਇਸੇ ਕੜੀ ਦੇ ਵਿੱਚ ਜਦੋਂ ਅਸੀਂ ਪਾਠਸ਼ਾਲਾ ਦੀ ਹੀ ਗੱਲ ਕਰੀਏ, ਜਿਸ ਤਰ੍ਹਾਂ ਮੈਂ ਗੱਲ ਕਰ ਚੁੱਕੀ ਕਿ ਅਸੀਂ ਆਪਣੇ ਜਿਹੜੇ ਗੁਰਸਿੱਖ ਬੱਚੇ ਆ, ਉਹਨਾਂ ਦਾ ਮਾਈਂਡ ਟ੍ਰੇਨ ਕਰੀਏ ਕਿ ਉਹਨਾਂ ਨੇ ਇੱਕ ਪਰਟੀਕੂਲਰ ਲਕਸ਼ ਤੱਕ ਪਹੁੰਚਣਾ ਆ। ਹੁਣ ਗੁਰੂ ਪਾਤਸ਼ਾਹ ਦੀ ਜਦੋਂ ਪਾਠਸ਼ਾਲਾ ਚੱਲਦੀ ਹੋਊਗੀ ਤਾਂ ਬਕਾਇਦਾ ਐਸੀ ਹੀ ਟ੍ਰੇਨਿੰਗ, ਕਿਉਂਕਿ ਉਹਦੇ ਵਿੱਚ ਗੁਰਮੁਖੀ ਦੀ ਟ੍ਰੇਨਿੰਗ ਵੀ ਆਉਂਦੀ ਆ, ਗੁਰਮੁਖੀ ਦੀ ਟ੍ਰੇਨਿੰਗ ਹੈ ਤਾਂ ਗੁਰਬਾਣੀ ਦੀ ਟ੍ਰੇਨਿੰਗ ਵੀ ਆਉਂਦੀ ਆ, ਕੀਰਤਨ ਦੀ ਟ੍ਰੇਨਿੰਗ ਵੀ ਆਉਂਦੀ ਆ। ਇਹ ਸਾਰਾ ਕੁਝ ਕੀ ਸੀ? ਇਹ ਉਹਨਾਂ ਦਾ ਇੱਕ ਮਾਈਂਡ ਬੈਲੈਂਸ ਕਰਨ ਵਾਸਤੇ ਸੀ, ਉਹ ਮਾਈਂਡ ਜਿਹੜਾ ਸ਼ਾਰਪ ਕਰਨ ਵਾਸਤੇ ਸੀ। ਗੁਰਬਾਣੀ ਕਹਿੰਦੀ ਹੈ, ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਇਹ ਮਨ ਦੇਹੀ ਸੋਧ ਤੂੰ, ਮਨ ਵੀ ਸੋਧਣਾ ਪੈਣਾ ਤੇ ਦੇਹੀ ਵੀ ਸੋਧਣੀ ਪੈਣੀ ਆ, ਫਿਰ ਗੁਰੂ ਦਾ ਸ਼ਬਦ ਵਿਚਾਰਿਆ ਜਾ ਸਕਦਾ। ਹੁਣ ਮਨ ਸੋਧਣ ਵਾਸਤੇ ਤਾਂ ਪਾਠਸ਼ਾਲਾ ਜਿਹੜੀ ਆ ਉਹ ਸਾਡੇ ਕੋਲ ਹੈ। ਅਗਲੀ ਗੱਲ ਜਿਹੜੀ ਆ ਉਹ ਆਉਂਦੀ ਆ, ਹੁਣ ਦੇਹੀ ਨੂੰ ਸੋਧਿਆ ਕਿੱਦਾਂ ਜਾਵੇ? ਦੇਹੀ ਕੀ ਆ? ਹੁਣ ਦੇਹੀ ਦੇ ਅੰਦਰ ਜਦੋਂ ਆਪਾਂ ਮਨ ਔਰ ਦੇਹੀ ਦੀ ਗੱਲ ਕਰਾਂਗੇ ਤਾਂ ਇਹ ਆਪਸ 'ਚ ਇੰਟਰ ਰਿਲੇਟਡ ਵੀ ਨੇ, ਆਪਸ 'ਚ ਅਲੱਗ-ਅਲੱਗ ਵੀ ਨੇ, ਪਰ ਇੰਟਰ ਰਿਲੇਟਡ ਵੀ ਨੇ। ਕਿਉਂਕਿ ਗੁਰਬਾਣੀ ਕਹਿੰਦੀ ਆ ਕਿ ਜਿਹੜੀ ਇਹ ਦੇਹ ਆ ਨਾਸ਼ਵਾਨ ਆ, ਤਾਂ ਇਸ ਕਰਕੇ, ਔਰ ਮਨ ਨਾਸ਼ਵਾਨ ਨਹੀਂ, ਤਾਂ ਇਸ ਕਰਕੇ ਇੰਟਰ ਰਿਲੇਟਡ ਨਹੀਂ ਹੁੰਦੇ, ਪਰ ਕਿਤੇ ਨਾ ਕਿਤੇ ਜਾ ਕੇ ਇੰਟਰ ਰਿਲੇਟਡ ਵੀ ਹੋ ਜਾਂਦੇ ਆ। ਕਿਉਂਕਿ ਗੁਰਬਾਣੀ ਕਹਿੰਦੀ ਆ, ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਹੁਣ ਜਿਹੜੇ ਉਹ 5 ਚੋਰ ਨੇ ਉਹ ਵਸ ਕਿੱਥੇ ਰਹੇ ਨੇ? ਉਹ ਮਨ ਦੇ ਵਿਕਾਰ ਨੇ।
ਉਹ ਮਨ ਦੀ ਵਕਾਰ ਦੇ ਵਿੱਚ ਫਸੇ ਹੋਏ ਨੇ, ਹੈ ਨਾ। ਜਦੋਂ ਅਸੀਂ ਮਨ ਸੋਧਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਨਾਂ ਪੰਜਾਂ ਚੋਰਾਂ ਨੂੰ ਆਪਣੇ ਕਾਬੂ 'ਚ ਕਰਨ ਦੀ ਗੱਲ ਕਰਦੇ ਹਾਂ। ਅਸੀਂ ਇਹਨਾਂ ਦੇ ਉੱਤੇ ਲਗਾਮ ਕੱਸਣੀ ਜਾਣਦੇ ਹਾਂ, ਔਰ ਲਗਾਮ ਕੱਸਣ ਦਾ ਜਿਹੜਾ ਹੁਨਰ ਆ ਉਹ ਸਾਨੂੰ ਗੁਰਬਾਣੀ ਦਿੰਦੀ ਆ। ਔਰ ਗੁਰਬਾਣੀ ਦੀ ਜਿਹੜੀ ਟ੍ਰੇਨਿੰਗ ਹੈ ਉਹ ਬਕਾਇਦਾ ਪਾਠਸ਼ਾਲਾਵਾਂ ਦਾ ਹਿੱਸਾ ਹੋਣੀ ਚਾਹੀਦੀ ਆ। ਇਹ ਗੱਲ ਮੈਂ ਆਲਰੇਡੀ ਬੜੀ ਵਾਰੀ ਕਰ ਚੁੱਕੀ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਜੀਨੀਅਰ ਬਣਨ ਦਾ, ਆਪਣੇ ਬੱਚਿਆਂ ਨੂੰ ਅਸੀਂ ਜਿਹੜੇ ਆਪਾਂ ਉਹ ਪਾਠਸ਼ਾਲਾ ਵਿੱਚ ਅਡੋਪਟ ਕਰਨ ਵਾਲੇ ਬੱਚਿਆਂ ਦੀ ਗੱਲ ਕਰ ਰਹੇ ਸੀ, ਉਹ ਨਹੀਂ, ਆਪਾਂ ਤਾਂ ਉਹਨਾਂ ਨੂੰ ਆਪਣਾ ਸਮਝਦੇ ਹੀ ਨਹੀਂ ਨਾ ਹਜੇ ਤੱਕ। ਜਿਹੜੇ ਸਾਡੇ ਆਪਣੇ ਬੱਚੇ ਹੁੰਦੇ ਆ, ਜੋ ਸਾਡੇ ਆਪਣੇ ਘਰ ਜਨਮੇ ਹੁੰਦੇ ਆ, ਅਸੀਂ ਉਹਨਾਂ ਵਾਸਤੇ ਭਵਿੱਖ ਤੈਅ ਕਰ ਲੈਂਦੇ ਹਾਂ ਕਿ ਇਹਨੂੰ ਮੈਂ ਇੰਜੀਨੀਅਰ ਬਣਾਉਣਾ, ਇਹਨੂੰ ਮੈਂ ਡਾਕਟਰ ਬਣਾਉਣਾ, ਪਰ ਅਸੀਂ ਕਦੀ ਵੀ ਇਹ ਭਵਿੱਖ ਤੈਅ ਨਹੀਂ ਕਰਦੇ ਕਿ ਇਹਨੂੰ ਮੈਂ ਗੁਰਸਿੱਖ ਵੀ ਬਣਾਉਣਾ। ਸਹੀ ਮਾਇਨਿਆਂ ਦੇ ਵਿੱਚ ਡਾਕਟਰ, ਇੰਜੀਨੀਅਰ, ਪਾਇਲਟ, ਬੈਂਕਰ, ਕੁਛ ਮਰਜ਼ੀ ਆਪਾਂ ਹੋ ਜਾਈਏ, ਪਰ ਜੇਕਰ ਅਸੀਂ ਚੰਗੇ ਇਨਸਾਨ ਨਹੀਂ ਆ ਨਾ, ਫਿਰ ਉਹ ਜਿਹੜੀ ਉਹ ਕੈਪੀਟਲਿਜ਼ਮ ਦੀ ਜਿਹੜੀ ਉਹ ਇੱਕ ਆ ਜਾਂਦੀ ਆ, ਹੈ ਨਾ, ਜੋ ਮਾਰਕਸ ਲਿਖਦਾ ਆ, ਜਿਹਦੇ ਖਿਲਾਫ ਮਾਰਕਸ ਲਿਖਦਾ ਆ, ਫਿਰ ਉਸ ਹੋੜ ਦੇ ਵਿੱਚ ਸਾਡੇ ਬੱਚੇ ਸ਼ਾਮਲ ਹੋ ਜਾਣਗੇ। ਸਾਡੇ ਬੱਚਿਆਂ ਨੂੰ ਜੋ ਬਚਾ ਸਕਦਾ ਹੈ ਅਗਰ ਕੁਛ ਕੈਪੀਟਲਿਜ਼ਮ ਦੀ ਉਸ ਖੁੰਦਕੀ ਰਵੱਈਏ ਤੋਂ, ਉਸ ਜ਼ਹਿਰ ਤੋਂ, ਤਾਂ ਉਹ ਸਿਰਫ ਤੇ ਸਿਰਫ ਗੁਰਬਾਣੀ ਬਚਾ ਸਕਦੀ ਹੈ। ਸੋ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਇਹ ਸਿਖਾਉਂਦੇ ਆ ਨਾ ਕਿ ਤੂੰ ਬਣਨਾ ਕੀ ਆ, ਤੁਸੀਂ ਡਾਕਟਰ ਬਣਨਾ, ਬੱਚਾ ਕਹਿੰਦਾ ਆਈ ਵਾਂਟ ਟੂ ਬੀ ਅ ਡਾਕਟਰ, ਫਾਈਨ, ਉਹਨੂੰ ਕਹੋ ਗੁੱਡ, ਤੂੰ ਡਾਕਟਰ ਬਣਨਾ, ਪਰ ਉਹਦੇ ਨਾਲ ਨਾਲ ਤੂੰ ਗੁਰਸਿੱਖ ਵੀ ਬਣਨਾ ਆ, ਚੰਗਾ ਗੁਰਸਿੱਖ ਵੀ ਬਣਨਾ। ਗੁਰਸਿੱਖ ਤਾਂ ਵੈਸੇ ਹੁੰਦਾ ਹੀ ਚੰਗਾ ਆ, ਪਰ ਬਹੁਤ ਸਾਰੀਆਂ ਲੇਅਰਸ ਆ ਗਈਆਂ ਅੱਜ ਕੱਲ੍ਹ, ਅਸੀਂ ਭੇਖ ਬਣਾ ਲਏ, ਔਰ ਜਿਹੜੇ ਸਾਡੇ ਅਸਲੀਅਤ ਹੈ ਉਹਨੂੰ ਆਪਾਂ ਕਿਤੇ ਦੂਰ ਛੱਡ ਆਏ। ਸੋ ਇਹ ਸਾਡੇ ਲਈ ਇੰਪੋਰਟੈਂਟ ਹੈ ਕਿ ਅਸੀਂ ਉਹਨਾਂ ਨੂੰ ਗੁਰਸਿੱਖ ਬਣਾਉਣਾ ਸ਼ੁਰੂ ਕਰੀਏ, ਬੱਚਿਆਂ ਨੂੰ ਬਕਾਇਦਾ ਟ੍ਰੇਨਿੰਗ ਦਈਏ ਕਿ ਬੇਟਾ ਜਾਂ ਬੇਟੀ ਤੂੰ ਪਹਿਲਾਂ ਗੁਰਸਿੱਖ ਵੀ ਬਣਨਾ ਆ। ਉਸ ਤੋਂ ਬਾਅਦ ਯਕੀਨ ਕਰਿਓ ਜੇ ਮੈਂ ਤੁਹਾਡੇ ਸਾਹਮਣੇ ਜੀਂਦੀ ਜਾਗਦੀ ਮਿਸਾਲ ਆ, ਮੇਰੀ ਸਿਸਟਰ ਮਿਸਾਲ ਆ, ਜਦੋਂ ਤੁਸੀਂ ਗੁਰੂ ਦਾ ਲੜ ਫੜ ਲੈਂਦੇ ਆ ਤਾਂ ਉਹ ਬਾਕੀ ਸਾਰੇ ਜਿਹੜੀਆਂ ਮੰਜ਼ਿਲਾਂ ਨਾ ਉਹ ਆਪ ਸਾਰ ਕਰਵਾ ਦਿੰਦਾ ਹੈ। ਉਹਦੇ ਵਾਸਤੇ ਤੁਹਾਨੂੰ ਫਿਰ ਬਹੁਤ ਮੁਸ਼ੱਕਤ ਕਰਨ ਦੀ ਲੋੜ ਨਹੀਂ ਪੈਂਦੀ। ਹਾਂ, ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਸਾਡਾ ਵਿਸ਼ਵਾਸ ਡੋਲ ਜਾਂਦਾ, ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਗੁਰੂ ਪਾਤਸ਼ਾਹ ਦਾ ਇਹ ਵਚਨ ਹੈ, ਰਾਜ ਕਰੇਗਾ ਖਾਲਸਾ। ਜਦੋਂ ਅਸੀਂ ਖਾਲਸੇ ਹੋ ਜਾਵਾਂਗੇ ਸਾਡਾ ਰਾਜ ਹੋ ਜਾਊਗਾ। ਸਾਡਾ ਰਾਜ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਅਸੀਂ ਖਾਲਸੇ ਨਹੀਂ ਹੁੰਦੇ। ਔਰ ਮੰਨੀਏ ਜਾਂ ਨਾ ਮੰਨੀਏ, ਪਰ ਕਿਤੇ ਨਾ ਕਿਤੇ ਅਸੀਂ ਇਸ ਖਾਲਸਾ ਹੋਣ ਤੋਂ ਹਜੇ ਕੋਹਾਂ ਦੂਰ ਹਾਂ। ਹੁਣ ਇਸ ਤੋਂ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਆਉਂਦੀ ਆ, ਮਨ ਨੂੰ ਅਸੀਂ ਕਾਬੂ ਕਰ ਲਿਆ ਤਾਂ ਅਗਲੀ ਗੱਲ ਆਉਂਦੀ ਹੈ ਹੁਣ ਦੇਹ ਦਾ ਕਿੱਦਾਂ ਆ, ਦੇਹ ਨਾਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਬੋਲਦੇ ਨੇ, ਮਾਨਸ ਦੇਹ ਹੀ ਪਾਰ ਉਤਾਰਾ, ਕਿ ਮਾਨਸ ਦੀ ਦੇਹ ਦੇ ਵਿੱਚ ਆ ਕੇ ਹੀ ਬੰਦਾ ਪਾਰ ਉਤਰ ਸਕਦਾ ਆ। ਹੁਣ ਜਿਹੜੀ ਉਹ ਮਾਨਸ ਦੀ ਦੇਹ ਆ ਜਿਹਦੇ ਵਿੱਚ ਆ ਕੇ ਸਾਨੂੰ ਪਾਰ ਉਤਰਨਾ ਦਾ ਮਤਲਬ ਇਹਦੀ ਵੀ ਬਹੁਤ ਵੱਡਾ ਮਹੱਤਵ ਹੈ। ਅੱਗੇ ਗੁਰਬਾਣੀ ਆਪ ਬੋਲਦੀ ਹੈ, ਘਟ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ, ਕਿ ਜਿਹੜਾ ਪਰਮਾਤਮਾ ਹੈ ਉਹ ਮਨ 'ਚ ਵਸਦਾ ਆ ਔਰ ਰਸਨਾ ਤੋਂ ਅਸੀਂ ਜਪਦੇ ਹਾਂ ਉਸ ਦਾ ਨਾਮ। ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ। ਹੁਣ ਇਸ ਦੇਹੀ ਨੂੰ ਪਾਲ ਕੇ ਹੀ ਉਸ ਪਰਮਾਤਮਾ ਦਾ ਨਾਮ ਸਿਮਰਨ ਹੋ ਸਕਦਾ ਆ। ਦੈਟ ਮੀਨਸ ਕਿ ਜਿਹੜੀ ਇੰਗਲਿਸ਼ ਦੇ ਵਿੱਚ ਵੀ ਉਹ ਕਹਾਵਤ ਹੈਗੀ ਆ ਕਿ ਹੈਲਦੀ ਮਾਈਂਡ ਰਿਜ਼ਾਈਡਸ ਇਨ ਅ ਹੈਲਦੀ ਬੋਡੀ, ਉਹ ਇੰਪੋਰਟੈਂਟ ਆ। ਜਦ ਤੱਕ ਸਾਡਾ ਮਨ ਔਰ ਸਰੀਰ ਦੋਨੋਂ ਹੀ ਸਾਊਂਡ ਨਹੀਂ ਹੁੰਦੇ, ਹੈਲਦੀ ਨਹੀਂ ਹੁੰਦੇ, ਤਦ ਤੱਕ ਅਸੀਂ ਕੁਛ ਨਹੀਂ ਕਰ ਸਕਦੇ, ਤਦ ਤੱਕ ਨਾਮ ਵੀ ਸਿਮਰਿਆ ਨਹੀਂ ਜਾ ਸਕਦਾ। ਇਸ ਕਰਕੇ ਉਹਦੇ ਲਈ ਉਹ ਦੇਹ ਜਿਹੜੀ ਆ ਉਹਨੂੰ ਵੀ ਇੱਕ ਟ੍ਰੇਨਿੰਗ ਦੇ ਵਿੱਚ ਬੰਨਣਾ ਬਹੁਤ ਜ਼ਰੂਰੀ ਸੀ। ਐਂਡ ਇੱਥੇ ਗੱਲ ਆਉਂਦੀ ਆ ਮੱਲ ਅਖਾੜਿਆਂ ਦੀ। ਹੁਣ ਇਸ ਚੀਜ਼ ਨੂੰ ਗੁਰੂ ਪਾਤਸ਼ਾਹ ਜਿਹੜੀ ਆ ਉਹ ਮਟੀਰੀਅਲਾਈਜ਼ ਕਰਨ ਦੇ ਲਈ, ਇਸ ਚੀਜ਼ ਨੂੰ ਪ੍ਰੈਕਟੀਕਲੀ ਸਾਨੂੰ ਦੇਣ ਦੇ ਲਈ ਉਹ ਮੱਲ ਅਖਾੜੇ ਸ਼ੁਰੂ ਕਰਦੇ ਆ ਗੁਰੂ ਅੰਗਦ ਦੇਵ ਪਾਤਸ਼ਾਹ। ਜੋ ਫਿਜ਼ੀਕਲ ਸਟਰੈਂਥ ਦੀ ਲੋੜ ਪੈਂਦੀ ਆ ਸਾਨੂੰ ਆਪਣੀ ਦੇਹ ਨੂੰ ਟ੍ਰੇਨ ਕਰਨ ਲਈ, ਉਹ ਉੱਥੇ ਗੁਰੂ ਪਾਤਸ਼ਾਹ ਸਾਨੂੰ ਮੱਲ ਅਖਾੜਿਆਂ ਦੇ ਰੂਪ ਦੇ ਵਿੱਚ ਸਾਨੂੰ ਉਹ ਦੇ ਦਿੰਦੇ ਆ। ਹੁਣ ਜਿਵੇਂ ਮੈਂ ਬਾਰ-ਬਾਰ ਇੱਕ ਗੱਲ ਕਹਿੰਦੀ ਆ ਰਹੀ ਹਾਂ ਕਿ ਗੁਰੂ ਪਾਤਸ਼ਾਹ ਜਾਂ 9 ਜਾਮਿਆਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆ ਉਹ ਦਰਅਸਲ ਪਹਿਲੇ ਜਾਮੇ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਹੀ ਹੋ ਰਿਹਾ। ਹੁਣ ਇਸੇ ਹੀ ਜਿੱਦਾਂ ਜਦੋਂ ਆਪਾਂ ਮੱਲ ਅਖਾੜੇ ਦੀ ਗੱਲ ਕਰਾਂਗੇ ਤਾਂ ਇਹ ਸਮਝਣਾ ਥੋੜ੍ਹੀ ਜਿਹੀ ਗੁਸਤਾਖੀ ਹੋਊਗਾ ਕਿ ਜੇ ਆਪਾਂ ਇਹ ਕਹਿ ਲਈਏ ਕਿ ਮੱਲ ਅਖਾੜੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇੰਝ ਸ਼ੁਰੂ ਕਰਤੇ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦਾ ਕੁਛ ਨਹੀਂ ਹਵਾਲਾ ਦਿੱਤਾ ਸੀ। ਕਿਉਂਕਿ ਬਹੁਤ ਲੋਕ ਜਿਹੜੇ ਨੇ ਨਾ ਉਹ ਇਸ ਗੱਲ ਨੂੰ ਅੱਜ ਕੱਲ੍ਹ ਖਾਸ ਤੌਰ 'ਤੇ ਆਪਾਂ ਇਸ ਪ੍ਰਚਾਰ ਵੱਲ ਹੋਏ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਤਾਂ ਉਹ ਸੰਤ ਸੀ ਜੀ, ਉਹ ਸਾਧੂ ਸੀ ਜੀ, ਇਹੋ ਜਿਹੀਆਂ ਗੱਲਾਂ ਆਪਾਂ ਪ੍ਰਚਾਰ ਰਹੇ ਹਾਂ। ਜਦ ਕਿ ਬਾਰ-ਬਾਰ ਇਹ ਗੱਲ ਮੈਂ ਦੁਹਰਾਉਂਦੀ ਰਹੂੰਗੀ ਕਿ ਜੋ ਕੁਛ ਵੀ
ਪਹਿਲੇ 9ਵੇਂ ਦੂਜੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਤੁਹਾਨੂੰ ਹੁੰਦਾ ਨਜ਼ਰ ਆ ਰਿਹਾ, ਉਹ ਗੁਰੂ ਨਾਨਕ ਪਾਤਸ਼ਾਹ ਹੀ ਕਰ ਰਹੇ ਨੇ, ਉਹ ਕੋਈ ਹੋਰ ਨਹੀਂ ਕਰ ਰਿਹਾ। ਔਰ ਇਹਦੀ ਮਿਸਾਲ ਜਿਹੜੀ ਆ ਉਹ ਸਾਨੂੰ ਗੁਰਬਾਣੀ ਚੋਂ ਹੀ ਮਿਲ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਆਪੇ ਛਿੰਝ ਪਵਾਏ ਮੱਲ ਅਖਾੜਾ ਰਚਿਆ, ਲੱਥੇ ਭੜਥੂ ਪਾਏ ਗੁਰਮੁਖ ਮੱਚਿਆ, ਮਨਮੁਖ ਸਾਰੇ ਪਛਾੜ ਮੂਰਖ ਕੱਚਿਆ, ਆਪੇ ਭਿੜੇ ਮਾਰੇ ਆਪੇ ਆਪੇ ਕਾਰਜ ਰਚਿਆ। ਹੁਣ ਇਹ ਗੁਰੂ ਨਾਨਕ ਪਾਤਸ਼ਾਹ ਬੋਲਦੇ ਨੇ, ਤਾਂ ਮੱਲ ਅਖਾੜੇ ਦਾ ਪੂਰਨਾ ਉਹ ਪਾ ਗਏ। ਹੁਣ ਇੱਥੇ ਗੱਲ ਆਉਂਦੀ ਹੈ ਕਿ ਜਿਹੜਾ ਇਹ ਮੱਲ ਅਖਾੜੇ ਦੀ ਉਹ ਗੱਲ ਕਰ ਰਹੇ ਨੇ ਕਿ ਉਹ ਪਰਮਾਤਮਾ ਦੇ ਇਸ ਸਟੇਜ ਦੀ ਗੱਲ ਕਰਦੇ ਨੇ ਕਿ ਉਹਨੇ ਆਪਣੇ ਆਪ ਹੀ ਅਖਾੜਾ ਰਚਿਆ ਹੋਇਆ, ਆਪੇ ਹੀ ਉਹ ਸਾਰੇ ਜਿਹੜੇ ਗੁਰਮੁਖ ਮਨਮੁਖ ਸਾਰਿਆਂ ਨੂੰ ਇੱਥੇ ਉਤਾਰਦਾ ਆ। ਔਰ ਫਿਰ ਜਿਹੜੇ ਗੁਰਮੁਖ ਨੇ ਉਹ ਬਕਾਇਦਾ ਆਪਣੇ ਪੂਰੇ ਲਾਅ ਦੇ ਵਿੱਚ ਆ ਕੇ ਉਹ ਆਪਣੇ ਵਿਕਾਰਾਂ ਦੇ ਨਾਲ ਲੜਦੇ ਹੋਏ ਅੱਗੇ ਨਿਕਲਦੇ ਨੇ। ਔਰ ਇਸ ਤਰੀਕੇ ਦਾ ਮੱਲ ਅਖਾੜੇ ਦੇ ਜ਼ਿਕਰ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਆਲਰੇਡੀ ਕਰ ਜਾਂਦੇ ਨੇ। ਹੁਣ ਇਹਦੇ ਨਾਲ ਇੱਕ ਗੱਲ ਹੋਰ ਆਉਂਦੀ ਆ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਜਿਹੜੇ ਅਖਾੜੇ ਦੀ ਗੱਲ ਕਰ ਰਹੇ ਜੋ ਇਹਦੇ 'ਚ ਉਤਰ ਰਿਹਾ, ਤਾਂ ਗੁਰਮੁਖ ਔਰ ਮਨਮੁਖ ਸਿਰਫ ਦੋ ਹਿਊਮਨ ਫਿਗਰਸ ਨਹੀਂ ਹੈਗੀਆਂ। ਬਕਾਇਦਾ ਜਿਹੜੇ ਗੁਰਮੁਖਾਂ ਦੇ ਅੱਗੇ ਜੋ ਉਹਨਾਂ ਦੇ ਆਪਣੇ ਹੀ ਵਿਕਾਰ, ਜਿਹੜੀ ਆਪਾਂ ਆਲਰੇਡੀ ਗੱਲ ਕਰ ਚੁੱਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਨਾਲ ਵੀ ਤਾਂ ਉਹਨੇ ਲੜਨਾ ਹੈ ਨਾ। ਔਰ ਇਹਨਾਂ ਦੇ ਵਿੱਚੋਂ ਜੇਤੂ ਹੋ ਕੇ ਆਉਂਦਾ ਗੁਰਮੁਖ, ਮਨਮੁਖ ਇਹਨਾਂ ਦੇ ਵਿੱਚ ਫਸ ਜਾਂਦਾ ਹੈ। ਹੁਣ ਜਦੋਂ ਗੁਰਮੁਖ ਇਹਨਾਂ ਦੇ ਵਿੱਚੋਂ ਜੇਤੂ ਹੋ ਕੇ ਆਉਂਦਾ ਤਾਂ ਫਿਰ ਉਹਦੀ ਵਾਰ ਲਿਖੀ ਜਾਂਦੀ ਹੈ, ਕਿਉਂਕਿ ਇਹ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਜਿਹੜੀਆਂ ਵਾਰਾਂ ਹੁੰਦੀਆਂ ਨੇ, ਵਾਰਾਂ ਕਦੀ ਵੀ ਸਾਧੂਆਂ ਸੰਤਾਂ ਦੀਆਂ ਜਾਂ ਕਿਸੇ ਵੀ ਜੋ ਭਗਤੀ ਮੂਵਮੈਂਟ ਦੇ ਵਿੱਚ ਲੱਗੇ ਹੋਣ ਉਹਨਾਂ ਦੀਆਂ ਵਾਰਾਂ ਨਹੀਂ ਹੁੰਦੀਆਂ। ਵਾਰਾਂ ਹੁੰਦੀਆਂ ਨੇ ਯੋਧਿਆਂ ਦੀਆਂ, ਵਾਰਾਂ ਗਾਈਆਂ ਜਾਂਦੀਆਂ ਨੇ ਯੋਧਿਆਂ ਦੀਆਂ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਹੋਣ। ਤੇ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ 22 ਵਾਰਾਂ ਦਿੰਦੇ ਨੇ। ਹੁਣ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ, ਜੋ ਅਕਸਰ ਇੱਕ ਬੜਾ ਈਜ਼ੀ ਜਾਂ ਪੋਲੀਟੀਕਲੀ ਕਰੈਕਟ ਵਿਊ ਹੈਗਾ ਕਿ ਉੱਥੇ ਜੀ ਸਿਰਫ ਪਰਮਾਤਮਾ ਦੀ ਗੱਲ ਹੈ, ਬਿਲਕੁਲ ਪਰਮਾਤਮਾ ਦੀ ਗੱਲ ਹੈ, ਪਰ ਪਰਮਾਤਮਾ ਦੀ ਗੱਲ ਹੁੰਦੇ ਉਹ ਸਾਨੂੰ ਗੁਰਬਾਣੀ ਬਣਨ ਦੀ ਸੇਧ ਵੀ ਤਾਂ ਦੇ ਰਹੇ ਆ ਨਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 22 ਵਾਰਾਂ ਨੇ, ਜਿਨ੍ਹਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਲਿਖ ਕੇ ਦਿੰਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਜਿਹੜੀਆਂ ਵਾਰਾਂ ਲਿਖਦੇ ਨੇ, ਉਹਦਾ ਮਾਝ, ਰਾਗ ਮਾਝ ਦੇ ਵਿੱਚ ਆਸਾ ਤੇ ਮਲਾਰ, ਇਹਨਾਂ 3 ਸਾਨੂੰ ਵਾਰਾਂ ਲਿਖ ਕੇ ਦਿੰਦੇ। ਹੁਣ ਵਾਰਾਂ ਜਿਹੜੀਆਂ ਆਪਾਂ ਆਲਰੇਡੀ ਮੈਂ ਕਹਿ ਚੁੱਕੀ ਕਿ ਵਾਰਾਂ ਹਮੇਸ਼ਾ ਲਿਖੀਆਂ ਜਾਂਦੀਆਂ ਨੇ ਯੋਧਿਆਂ ਦੀਆਂ। ਹੁਣ ਜਿਹੜੇ ਇੱਥੇ ਆਪਾਂ ਗੁਰਮੁਖ ਦੀ ਗੱਲ ਕਰਦੇ ਹਾਂ, ਗੁਰਮੁਖ ਆਪਣੇ ਉਸੇ ਹੀ ਮੱਲ ਅਖਾੜੇ ਦੇ ਵਿੱਚ ਜਿਹੜੇ ਮੱਲ ਅਖਾੜੇ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰ ਰਹੇ ਨੇ, ਉਸੇ ਮੱਲ ਅਖਾੜੇ ਦੇ ਵਿੱਚ ਗੁਰਮੁਖ ਜਿਹੜਾ ਹੈ ਉਹ ਆਪਣੇ ਵਿਕਾਰਾਂ ਦੇ ਨਾਲ ਯੁੱਧ ਕਰਦਾ ਹੈ। ਔਰ ਯੁੱਧ ਕਰਦੇ ਹੋਏ ਉਹ ਜਦੋਂ ਜੇਤੂ ਰਹਿੰਦਾ ਹੈ ਫਿਰ ਉਹ ਗੁਰਮੁਖ ਬਣ ਜਾਂਦਾ ਹੈ। ਔਰ ਗੁਰਮੁਖ ਜਦੋਂ ਜੇਤੂ ਰਹਿੰਦਾ ਤੇ ਫਿਰ ਉਹਦੀ ਵਾਰ ਵੀ ਲਿਖੀ ਜਾਂਦੀ ਹੈ। ਹੁਣ ਇਸੇ ਮੱਲ ਅਖਾੜੇ ਨੂੰ ਇੱਕ ਪ੍ਰੈਕਟੀਕਲ ਰੂਪ ਦਿੰਦੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ, ਕਿਉਂਕਿ ਪਹਿਲੇ ਜਾਮੇ ਦੇ ਵਿੱਚ ਸਾਨੂੰ ਦੱਸ ਦਿੱਤਾ ਗਿਆ ਕਿ ਆਹ ਤੁਹਾਡੇ ਵਿਕਾਰ ਹੁੰਦੇ ਨੇ, ਤੁਹਾਨੂੰ ਲੜਨਾ ਪਊਗਾ ਆਪਣੇ ਵਿਕਾਰਾਂ ਨਾਲ ਆਪ, ਔਰ ਫਿਰ ਜੇਤੂ ਹੋ ਕੇ ਤੁਹਾਨੂੰ ਸਾਹਮਣੇ ਆਉਣਾ ਪਊਗਾ। ਉਹ ਸਾਨੂੰ ਹੋ ਗਿਆ। ਹੁਣ ਦੂਸਰੇ ਜਾਮੇ ਦੇ ਵਿੱਚ ਆ ਕੇ ਉਸੇ ਮੱਲ ਅਖਾੜੇ ਨੂੰ ਉਹ ਬਕਾਇਦਾ ਪ੍ਰੈਕਟੀਕਲ ਰੂਪ ਦੇ ਕੇ ਔਰ ਨਾਮ ਵੀ ਮੱਲ ਅਖਾੜਾ ਦਿੰਦੇ ਨੇ। ਉਹ ਕੋਈ ਆਪਣੇ ਕੋਲੋਂ ਨਾਮ ਨਹੀਂ ਦੇ ਰਹੇ, ਉਹ ਨਾਮ ਵੀ ਗੁਰੂ ਨਾਨਕ ਪਾਤਸ਼ਾਹ ਦੇ ਮੱਲ ਅਖਾੜੇ ਦਾ ਹੀ ਨਾਮ ਦਿੰਦੇ ਨੇ। ਮੈਂ ਫਿਰ ਇਹ ਕੋਈ ਬੋਲਦੀ ਹਾਂ, ਆਪੇ ਛਿੰਝ ਪਵਾਏ ਮੱਲ ਅਖਾੜਾ ਰਚਿਆ, ਲੱਥੇ ਭੜਥੂ ਪਾਏ ਗੁਰਮੁਖ ਮੱਚਿਆ, ਮਨਮੁਖ ਸਾਰੇ ਪਛਾੜ ਮੂਰਖ ਕੱਚਿਆ, ਆਪੇ ਭਿੜੇ ਮਾਰੇ ਆਪੇ ਆਪੇ ਕਾਰਜ ਰਚਿਆ। ਹੁਣ ਉਹ ਜੋ ਕਰ ਰਿਹਾ ਆ ਉਹਦੇ ਵਿੱਚ ਜਦੋਂ ਇੱਕ ਗੁਰਮੁਖ ਹੋ ਜਾਊਗਾ ਤਾਂ ਗੁਰਮੁਖ ਇਹ ਗੱਲ ਸਮਝਣ ਦੇ ਕਾਬਿਲ ਹੋ ਜਾਂਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਮੈਂ ਨਹੀਂ ਕਰ ਰਿਹਾ, ਮੈਂ ਕਰਤਾ ਨਹੀਂ ਹਾਂ। ਜੋ ਲੜ ਰਿਹਾ ਉਹ ਆਪ ਲੜ ਰਿਹਾ ਹੈ, ਜਿਹਦੇ ਨਾਲ ਲੜ ਰਿਹਾ ਉਹ ਵੀ ਉਸੇ ਦੇ ਕਿਸੇ ਫਾਰਮੈਟ ਦੇ ਵਿੱਚ ਲੜ ਰਿਹਾ, ਉਹ ਉਹਦੀ ਹੀ ਸਟੇਜ ਦੇ ਉੱਤੇ ਕੰਮ ਹੋ ਰਿਹਾ। ਤਾਂ ਇਸ ਪੂਰੇ ਸਿਸਟਮ ਨੂੰ ਜਦੋਂ ਆਪਾਂ ਸਮਝਾਂਗੇ ਤਾਂ 2 ਗੱਲਾਂ ਸਾਹਮਣੇ ਆਉਣਗੀਆਂ। ਪਹਿਲੀ ਗੱਲ ਤਾਂ ਇਹ ਆਊਗੀ ਕਿ ਜਦੋਂ ਵੀ ਅਸੀਂ ਕੋਈ ਚੀਜ਼ ਨੂੰ ਸਮਝ ਰਹੇ ਹਾਂ ਤਾਂ ਅਸੀਂ ਇਹ ਸਮਝ ਕੇ ਚੱਲੀਏ ਕਿ ਉਹਦਾ ਜਿਹੜਾ ਰੂਪ ਰੇਖਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਤਿਆਰ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਬਾਹਰ ਕੁਛ ਵੀ ਨਹੀਂ। ਔਰ ਉਸ ਤੋਂ ਅਗਲੀ ਗੱਲ ਜਿਹੜੀ ਸਾਨੂੰ ਸਮਝਣੀ ਪਊਗੀ ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੇ ਪੂਰਨੇ ਸੀ ਉਹਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਾਨੂੰ ਅੱਗੇ ਚੱਲਦੇ ਗਏ। ਹੁਣ ਅਗਲੀ ਗੱਲ ਆਪਾਂ ਵੇਖੀਏ, ਮਨ ਦੀ ਸ਼ਕਤੀ ਨੂੰ ਦ੍ਰਿੜ ਕਰਾਉਣ ਦੇ ਲਈ ਤੇ ਜਿਹੜੀ ਪਾਠਸ਼ਾਲਾ ਸੀ ਤਨ ਦੀ ਸ਼ਕਤੀ ਨੂੰ ਦ੍ਰਿੜ ਕਰਾਉਣ ਲਈ, ਕਿਉਂਕਿ ਇਨਸਾਨ ਆਪਣੇ ਜਿਹੜੇ ਵਿਕਾਰ ਹੈ ਉਹਨਾਂ ਨਾਲ ਉਦੋਂ ਲੜ ਸਕਦਾ ਜਦੋਂ ਉਹ ਮਨ ਤੇ ਤਨ ਦੋਵਾਂ ਤੋਂ ਸਟਰੋਂਗ ਹੋਵੇ। ਮੈਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀਗੀ ਕਿ
ਪੂਰੀ ਗੁਰਬਾਣੀ ਦਾ ਜਿਹੜਾ ਫਲਸਫਾ ਹੈ ਉਹ ਨਿਰਭਉ ਤੇ ਨਿਰਵੈਰ ਦੇ ਥੀਸਿਸ ਦੇ ਉੱਪਰ ਡਿਵੈਲਪ ਹੈ। ਨਿਰਭਉ ਤੇ ਨਿਰਵੈਰ। ਹੁਣ ਜੇਕਰ ਤੁਸੀਂ ਧਿਆਨ ਨਾਲ ਸਮਝੋ ਜਾਂ ਇਸ ਗੱਲ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਇਹ ਸਮਝ ਲੱਗੂਗੀ ਕਿ ਜਿੰਨੇ ਵੀ ਵਿਕਾਰਾਂ ਦੀ ਗੱਲ ਕੀਤੀ ਸੀਗੀ ਨਾ, ਉਹ ਨਿਰਭਉ ਤੇ ਨਿਰਵੈਰ ਨਾ ਹੋਣ ਕਰਕੇ ਹੀ ਹੈ। ਭਉ ਦੇ ਵਿੱਚੋਂ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਸਮਝਦੇ ਹਾਂ। ਭਉ ਦੇ ਵਿੱਚੋਂ ਹੀ ਮੋਹ ਨਿਕਲਦਾ ਹੈ। ਦੇਖੋ ਸਾਨੂੰ ਕਿਉਂ ਕਿਸੇ ਚੀਜ਼ ਦਾ ਮੋਹ ਹੁੰਦਾ ਹੈ, ਸਾਨੂੰ ਕਿਉਂ ਅਸੀਂ ਕਿਸੇ ਚੀਜ਼ ਨੂੰ ਆਪਣੇ ਨਾਲ ਬੰਨ੍ਹ ਕੇ ਕਿਉਂ ਰੱਖਣਾ ਚਾਹੁੰਦੇ ਹਾਂ? ਕਿਉਂਕਿ ਸਾਨੂੰ ਇਹ ਡਰ ਹੁੰਦਾ ਆ, ਇਹ ਭੈ ਹੁੰਦਾ ਆ ਕਿ ਉਹ ਸਾਡੇ ਕੋਲੋਂ ਦੂਰ ਹੋ ਜੂਗੀ। ਜਦੋਂ ਅਸੀਂ ਉਸ ਚੀਜ਼ ਨੂੰ ਦੂਰ ਹੋਣ ਤੋਂ ਰੋਕਣ ਲਈ ਆਪਣੇ ਨਾਲ ਜੋੜ ਕੇ ਰੱਖਦੇ, ਚਾਹੇ ਉਹ ਮਾਇਆ ਹੋਏ, ਚਾਹੇ ਉਹ ਬੱਚੇ ਹੋਣ, ਚਾਹੇ ਉਹ ਰਿਸ਼ਤੇ ਨਾਤੇ ਹੋਣ, ਕੁਛ ਵੀ ਹੋਵੇ, ਜਦੋਂ ਉਹ ਉਸ ਡਰ ਤੋਂ ਬਚਣ ਦੇ ਲਈ, ਉਸ ਡਰ ਦੇ ਵਿੱਚੋਂ ਹੀ ਉਹ ਮੋਹ ਉਪਜਿਆ ਨਾ, ਔਰ ਉਹ ਮੋਹ ਇੱਕ ਸਮੇਂ ਤੱਕ ਜਾ ਕੇ ਇੰਨਾ ਜ਼ਿਆਦਾ ਹੋ ਜਾਂਦਾ ਕਿ ਫਿਰ ਅਸੀਂ ਲੱਭੀ ਹੋ ਜਾਂਦੇ ਹਾਂ, ਲੋਭ ਹੋ ਜਾਂਦਾ, ਸਾਨੂੰ ਆ ਜਾਂਦਾ ਕਿ ਇਹ ਵੀ ਚੀਜ਼ ਮੇਰੀ ਹੋ ਜੇ, ਆ ਵੀ ਮੇਰੀ ਇਕੱਠੀ ਹੋ ਜੇ, ਆ ਵੀ ਮੇਰੀ ਉਹ ਲੋਭ ਹੋ ਜਾਂਦਾ ਆ। ਹੁਣ ਇਹਨਾਂ ਮੋਹ ਤੇ ਲੋਭ ਜਿਹੜੇ ਕਿ ਭੈ ਦੇ ਵਿੱਚੋਂ ਨਿਕਲੇ ਸੀਗੇ, ਬੇਸਿਕਲੀ ਇਹੀ ਸਾਡੇ ਕ੍ਰੋਧ ਦਾ ਕਾਰਨ ਵੀ ਬਣਦੇ ਆ। ਕਿਉਂਕਿ ਜਿਹੜੀ ਚੀਜ਼ ਨੂੰ ਮੈਂ ਆਪਣੇ ਨਾਲ ਪਕੜ ਕੇ ਰੱਖਣਾ ਚਾਹੁੰਦੀ ਸੀ, ਉਹ ਜਦੋਂ ਮੇਰੇ ਨਾਲ ਨਹੀਂ ਰੱਖੀ ਗਈ ਤਾਂ ਫਿਰ ਮੈਨੂੰ ਕ੍ਰੋਧ ਆਊਗਾ। ਜਦੋਂ ਮੈਂ ਚਾਹੁੰਦੀ ਸੀਗੀ ਕਿ ਮੇਰੀਆਂ ਤਾਂ 5-7 ਦੁਕਾਨਾਂ ਹੋਣੀਆਂ ਚਾਹੀਦੀਆਂ ਸੀਗੀਆਂ, ਪਰ ਉਹ ਮੇਰੀਆਂ ਨਹੀਂ ਹੋ ਪਾਈਆਂ, ਤਾਂ ਫਿਰ ਮੈਨੂੰ ਜਿਹਦੀਆਂ 5-7 ਦੁਕਾਨਾਂ ਹੋਣਗੀਆਂ ਉਹਦੇ ਨਾਲ ਜਲਨ ਵੀ ਹੋਣ ਲੱਗ ਜੂਗੀ, ਉਹਦੇ ਉੱਤੇ ਗੁੱਸਾ ਵੀ ਆਉਣਾ ਸ਼ੁਰੂ ਹੋ ਜੂਗਾ। ਸੋ ਭੈ ਦੇ ਵਿੱਚੋਂ ਹੀ ਮੋਹ ਨਿਕਲਿਆ, ਭੈ ਦੇ ਵਿੱਚੋਂ ਹੀ ਲੋਭ ਨਿਕਲਿਆ, ਤੇ ਭੈ ਦੇ ਵਿੱਚੋਂ ਹੀ ਅੱਗੇ ਕ੍ਰੋਧ ਨਿਕਲਿਆ। ਹੁਣ ਕ੍ਰੋਧ ਜੜ ਬਣਦਾ ਹੈ ਵੈਰ ਦੀ, ਕਿਉਂਕਿ ਜਦੋਂ ਅਸੀਂ ਕ੍ਰੋਧ ਦੇ ਵਿੱਚ ਆ ਕੇ ਕੁਛ ਬੋਲ ਦਿੰਦੇ ਹਾਂ ਜਾਂ ਕੋਈ ਨਾ ਕੋਈ ਅਸੀਂ ਐਕਸ਼ਨ ਕਰ ਲੈਂਦੇ ਹਾਂ ਤਾਂ ਉਹ ਸਾਡੇ ਵੈਰ ਦਾ ਕਿਤੇ ਨਾ ਕਿਤੇ ਰੂਟ ਬਣ ਜਾਂਦਾ। ਭੈ ਦੇ ਨਾਲ ਵੀ ਵੈਸੇ ਵੈਰ ਦਾ ਕਨੈਕਸ਼ਨ ਤਾਂ ਹੈ, ਕਿਉਂਕਿ ਭੈ ਦੇ ਵਿੱਚੋਂ ਮੋਹ ਲੋਭ ਤੇ ਨਾਲ ਹੀ ਸਾਨੂੰ ਇਹ ਵੀ ਹੋ ਗਿਆ ਕਿ ਜਿਹਦੇ ਕੋਲ ਜ਼ਿਆਦਾ ਹੈ ਫਿਰ ਮੈਨੂੰ ਉਹਦੇ ਤੋਂ ਨਫ਼ਰਤ ਵੀ ਹੋਣ ਲੱਗ ਗਈ, ਵੈਰ ਆ ਗਿਆ। ਪਰ ਕ੍ਰੋਧ ਦੇ ਨਾਲ, ਕਿਉਂਕਿ ਅਸੀਂ ਕ੍ਰੋਧ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਮਾਰਨਾ ਕੱਟਣਾ, ਜਿੰਨੀਆਂ ਵੀ ਦੁਨੀਆ ਦੇ ਵਿੱਚ ਜਿਹੜੇ ਕ੍ਰਾਈਮਸ ਹੁੰਦੇ ਆ, ਅਗਰ ਆਪਾਂ ਉਹ ਦੇਖੀਏ ਤਾਂ ਉਹ ਕ੍ਰੋਧ ਦੇ ਵਿੱਚੋਂ ਨਿਕਲੇ ਹੋਏ ਆ, ਜਿਹਨੂੰ ਆਪਾਂ ਅੱਜ ਹੇਟ ਕ੍ਰਾਈਮ ਬੋਲਦੇ ਹਾਂ, ਜਿਹੜਾ ਕਿ ਉਹ ਨਫ਼ਰਤ ਦੇ ਕ੍ਰਾਈਮਸ ਆ। ਉਹ ਕੀ ਆ? ਉਹ ਕਿਤੇ ਨਾ ਕਿਤੇ ਇੱਕ ਨਿਰਾਸ਼ਤਾ ਆ, ਔਰ ਉਹ ਨਿਰਾਸ਼ਾ ਕਿਉਂ ਆਈ? ਉਹ ਭੈ ਦੇ ਵਿੱਚੋਂ ਨਿਰਾਸ਼ਾ ਆਈ ਹੈ। ਉਸ ਦਾ ਜਨਮ ਭੈ ਦੇ ਵਿੱਚੋਂ ਹੋਇਆ। ਹੁਣ ਕ੍ਰੋਧ ਦੇ ਵਿੱਚੋਂ ਵੈਰ ਨਿਕਲਿਆ, ਔਰ ਵੈਰ ਦੇ ਵਿੱਚੋਂ ਹੀ ਅੱਗੋਂ ਨਿਕਲਦੀ ਹੈ ਕਿ ਸ਼ਕਤੀਸ਼ਾਲੀ ਕੌਣ। ਉਹ ਦੌੜ ਲੱਗਦੀ ਹੈ ਕਿ ਕੌਣ ਜ਼ਿਆਦਾ ਸ਼ਕਤੀਸ਼ਾਲੀ। ਇਹ ਸਾਰਾ ਕੁਛ ਆਪਸ 'ਚ ਇੱਕ ਦੂਜੇ ਨਾਲ ਇੰਟਰਕਨੈਕਟਡ ਹੈ, ਕਿਉਂਕਿ ਜਦੋਂ ਆਪਾਂ ਸ਼ਕਤੀਸ਼ਾਲੀ ਕੌਣ ਦੀ ਗੱਲ ਕਰਾਂਗੇ ਵੀ ਮੋਹ ਤੇ ਲੋਭ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਅਟੈਚ ਹੋਊਗਾ। ਸੋ ਉਹਦੇ ਵਿੱਚੋਂ ਦੀ ਇਹ ਨਿਕਲ ਕੇ ਆਇਆ ਕਿ ਸ਼ਕਤੀਸ਼ਾਲੀ ਕੌਣ। ਜਦੋਂ ਆਪਾਂ ਸ਼ਕਤੀਸ਼ਾਲੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਸ਼ੁਰੂ ਹੁੰਦਾ ਹੰਕਾਰ। ਔਰ ਹੁਣ ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਜਦੋਂ ਹੰਕਾਰ ਆ ਗਿਆ ਤੇ ਬਹੁਤ ਸਾਰੇ ਵਿਕਾਰ ਸਾਨੂੰ ਜਦੋਂ ਹਰ ਪਾਸਿਓਂ ਦੀ ਚਿੰਬੜ ਗਏ ਨਾ, ਤੇ ਕਾਮ ਕਿਤੇ ਦੂਰ ਨਹੀਂ ਰਹਿ ਜਾਂਦਾ, ਉਹ ਵੀ ਨਾਲ ਹੀ ਆ ਜਾਊਗਾ। ਸੋ ਬੇਸਿਕਲੀ ਜਦੋਂ ਅਸੀਂ ਇਹ ਦੇਖੀਏ ਕਿ ਇਹ ਜਿਹੜੇ 5 ਵਿਕਾਰ ਨੇ, ਇਹਨਾਂ ਨੂੰ ਜਦੋਂ ਅਸੀਂ ਟੇਮ ਕਰਨਾ ਜਾਂ ਇਹਨਾਂ ਨੂੰ ਕਾਬੂ ਤਾਂ ਸਾਨੂੰ ਕਰਨਾ ਕਿਸ ਤਰ੍ਹਾਂ ਪਊਗਾ? ਸਾਨੂੰ ਨਿਰਭਉ ਤੇ ਨਿਰਵੈਰ ਦੇ ਜਿਹੜੇ ਫਲਸਫਾ ਹੈ ਉਸ ਨੂੰ ਬਕਾਇਦਾ ਸਮਝ ਕੇ ਉਸ ਗੁਰਬਾਣੀ ਦੇ ਉਸ ਫਲਸਫੇ ਉੱਪਰ ਚੱਲਣਾ ਪਊਗਾ। ਜਿਹੜਾ ਨਿਰਭਉ ਹੈ, ਨਿਰਭਉ ਦਾ ਫਲਸਫਾ, ਉਹਦੇ ਵਾਸਤੇ ਸਾਡੀ ਸਰੀਰਕ क्षमता ਕੀ ਹੈ, ਸਾਨੂੰ ਇਹ ਪਤਾ ਹੋਣਾ ਬੜਾ ਜ਼ਰੂਰੀ ਹੈ। ਇਹ ਗੱਲ ਤੁਸੀਂ ਸ਼ਾਇਦ ਮੇਰੇ ਨਾਲ ਅਗਰੀ ਕਰੋਗੇ ਕਿ ਸਪੋਰਟਸਮੈਨ ਸਪਿਰਿਟ ਜਿਹੜੀ ਹੈ ਨਾ, ਉਹ ਜਿਹੜੇ ਸਪੋਰਟਸਮੈਨ ਹੁੰਦੇ ਆ, ਜਿਹੜੇ ਸਪੋਰਟਸ ਖੇਡਦੇ ਆ ਲੋਕ, ਜਿਹੜੇ ਖਿਡਾਰੀ ਹੁੰਦੇ ਆ, ਉਹਨਾਂ ਵਿੱਚ ਇੱਕ ਦੂਸਰੇ ਦੀ ਜਿੱਤ ਨੂੰ ਅਪਣਾ ਲੈਣ ਦਾ ਜਿਹੜਾ ਜਜ਼ਬਾ ਹੈ ਉਹ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਆ। ਉਹਨਾਂ 'ਚ ਕੌਨਫੀਡੈਂਸ ਵੀ ਜ਼ਿਆਦਾ ਹੁੰਦਾ ਆ। ਉਹਨਾਂ ਨੂੰ ਆਪਣੇ ਉੱਤੇ ਪੂਰਾ ਦਾ ਪੂਰਾ ਇਹ ਵਿਸ਼ਵਾਸ ਹੁੰਦਾ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ। ਪਰ ਉਸ ਦੇ ਨਾਲ ਨਾਲ ਉਹਨਾਂ ਨੂੰ ਅਗਰ ਉਹ ਹਾਰ ਵੀ ਜਾਣ ਤਾਂ ਅਗਲੇ ਦੀ ਜਿੱਤ ਨੂੰ ਵੀ ਉਹ ਜਸ਼ਨ ਦੇ ਵਾਂਗੂ ਮਨਾ ਲੈਂਦੇ ਆ। ਕਦੀ ਵੀ ਕੋਈ ਖਿਡਾਰੀ, ਜੇ ਉਹ ਵਾਕਈ ਖਿਡਾਰੀ ਹੈ, ਤਾਂ ਬਾਹਰ ਆ ਕੇ ਇਹ ਨਹੀਂ ਬੋਲਦਾ ਕਿ ਮੈਂ ਜਿੱਤਣਾ ਚਾਹੀਦਾ ਸੀ ਜਾਂ ਮੈਂ ਨਹੀਂ ਜਿੱਤਿਆ, ਜਾਂ ਕਿਸੇ ਤਰ੍ਹਾਂ ਦੀ ਵੀ ਐਸੀ ਕੋਈ ਨੈਗੇਟਿਵ ਟਿੱਪਣੀ ਨਹੀਂ ਕਰਦਾ। ਉਹ ਕਹਿੰਦਾ ਜੀ ਬਹੁਤ ਮਨ ਲਾ ਕੇ ਖੇਡਿਆ ਸੀ, ਆਪਣੇ ਵੱਲੋਂ ਪੂਰਾ ਜ਼ੋਰ ਲਾਇਆ, ਅੱਗੇ ਜੋ ਹੋ ਗਿਆ ਠੀਕ ਹੈ। ਦੈਟ ਇਜ਼ ਕਾਲਡ ਸਪੋਰਟਸਮੈਨ ਸਪਿਰਿਟ। ਹੁਣ ਇਹ ਸਪੋਰਟਸਮੈਨ ਸਪਿਰਿਟ ਦੇ ਵਿੱਚ ਹੀ ਕੌਨਫੀਡੈਂਸ ਵੀ ਪਿਆ ਆ। ਇਸ ਸਪੋਰਟਸਮੈਨ ਸਪਿਰਿਟ ਦੇ ਵਿੱਚ ਹੀ ਅਗਲੇ ਦੀ ਜਿੱਤ ਦਾ ਜਸ਼ਨ ਮਨਾਉਣਾ ਵੀ ਪਿਆ ਆ, ਔਰ ਇਸੇ ਸਪੋਰਟਸਮੈਨਸ਼ਿਪ ਦੇ ਵਿੱਚ ਹੀ ਅਗਲੇ ਰਨ ਦੇ ਵਿੱਚ ਦੁਬਾਰਾ ਉਨੀ ਹੀ ਤਿਆਰੀ ਦੇ ਨਾਲ ਖੜੇ ਹੋਣਾ ਵੀ ਪਿਆ ਆ। ਉਹ ਕਿਉਂ? ਕਿਉਂਕਿ ਉਹਨਾਂ ਨੂੰ ਆਪਣੇ ਸਰੀਰ ਦੀ ਸ਼ਮਤਾ ਦਾ ਪਤਾ ਹੈ। ਉਹਨਾਂ ਨੂੰ ਪਤਾ ਹੈ ਕਿ ਮੈਂ ਕਿੰਨਾ ਕੁ ਕਰ ਸਕਦਾ, ਔਰ ਉਸ ਤੋਂ ਬਾਅਦ ਅੱਗੇ ਮੈਂ ਹੋਰ ਮਿਹਨਤ ਕਰੂੰਗਾ ਤਾਂ ਹੋਰ ਕਿੰਨਾ ਕਰ ਲੂੰਗਾ। ਔਰ ਉਹਨਾਂ ਦੇ ਅੰਦਰ ਉਹ ਕੌਨਫੀਡੈਂਸ ਡਿਵੈਲਪ ਹੋ ਗਿਆ, ਕਿਉਂਕਿ ਸਭ ਤੋਂ ਵੱਧ ਕੌਨਫੀਡੈਂਸ ਸਾਡਾ ਉਦੋਂ ਡਿਵੈਲਪ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ। ਔਰ ਕੁਸ਼ਤੀ
ਜਾਂ ਜਿਹੜੀਆਂ ਜਿੰਨੀਆਂ ਵੀ ਸਪੋਰਟਸ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਦੂਸਰੇ ਆਪਣੀ ਸਰੀਰਕ क्षमता ਨੂੰ ਜਾਣਨ ਦਾ ਇੱਕ ਬਹੁਤ ਵੱਡਾ ਪੈਰਾਮੀਟਰ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮੱਲ ਅਖਾੜਿਆਂ ਨੂੰ ਪ੍ਰੈਕਟੀਕਲ ਰੂਪ ਦੇ ਦਿੰਦੇ ਨੇ ਔਰ ਮੱਲ ਅਖਾੜਿਆਂ ਦੇ ਵਿੱਚ ਬਕਾਇਦਾ ਉਹ ਕੁਸ਼ਤੀ ਕਰਾਉਂਦੇ ਨੇ, ਜਿਹਦੇ ਨਾਲ ਕਿ ਜਿਹੜੇ ਗੁਰਸਿੱਖ ਨੇ ਉਹ ਆਪਣੇ ਆਪ ਨਾਲ ਹੀ ਰੂਬਰੂ ਹੁੰਦੇ ਨੇ, ਆਪਣੀਆਂ ਕਮੀਆਂ ਆਪਣੀਆਂ ਸਟਰੈਂਥਸ ਹਰ ਇੱਕ ਚੀਜ਼ ਦੇ ਨਾਲ ਰੂਬਰੂ ਹੁੰਦੇ ਨੇ। ਜਦੋਂ ਤੁਸੀਂ ਆਪਣੀ ਕਮੀ ਦੇ ਰੂਬਰੂ ਹੋ ਗਏ ਤਾਂ ਉਦੋਂ ਤੁਸੀਂ ਇਹ ਆਪਣੇ ਆਪ ਨੂੰ ਹੋਰ ਇੰਪਰੂਵ ਕਰਨ ਦਾ ਦਰਵਾਜ਼ਾ ਖੋਲ੍ਹ ਲਿਆ। ਮੈਕਸੀਮਮ ਲੋਕ ਸਾਡੇ ਵਿੱਚੋਂ ਜਿਹੜੇ ਨੇ ਉਹ ਆਪਣੀ ਕਮੀ ਦੇ ਕਦੀ ਰੂਬਰੂ ਹੋਣਾ ਨਹੀਂ ਚਾਹੁੰਦੇ, ਹੈ ਨਾ। ਉਹ ਹਰ ਕੋਈ ਇਹ ਸੋਚਦਾ ਕਿ ਮੈਂ ਬੈਸਟ ਹਾਂ, ਮੇਰੇ ਤੋਂ ਵਧੀਆ ਹੋਰ ਕੋਈ ਹੋ ਨਹੀਂ ਸਕਦਾ, ਬਾਕੀ ਜਿਹੜਾ ਮੈਨੂੰ ਕੋਈ ਕਹੂਗਾ ਕਿ ਨਹੀਂ ਤੇਰੇ 'ਚ ਕਮੀ ਆ ਉਹ ਮੇਰਾ ਦੁਸ਼ਮਣ ਆ। ਜਦੋਂ ਤੁਸੀਂ ਆਪਣੇ ਰੂਬਰੂ ਆਪ ਹੋ ਜਾਂਦੇ ਆ ਨਾ, ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੇਰੀ ਫਿਜ਼ੀਕਲ ਸਟਰੈਂਥ ਇੰਨੀ ਕਾ ਜਾਂ ਮੇਰੀ ਫਿਰ ਮੈਂਟਲ ਸਟਰੈਂਥ, ਕਿਉਂਕਿ ਸਪੋਰਟਸ ਦਾ ਮਤਲਬ ਸਿਰਫ ਫਿਜ਼ੀਕਲ ਸਟਰੈਂਥ ਨਹੀਂ ਹੁੰਦਾ, ਮੈਂਟਲ ਸਟਰੈਂਥ ਵੀ ਹੁੰਦਾ ਆ। ਔਰ ਇਹ ਜਿਹੜੇ ਸਪੋਰਟਸ ਖੇਡਦੇ ਆ ਉਹ ਬਕਾਇਦਾ ਦੱਸ ਸਕਦੇ ਆ, ਜਦੋਂ ਉਹ ਫਿਜ਼ੀਕਲ ਐਂਡ ਮੈਂਟਲ ਸਟਰੈਂਥ ਦੋਵੇਂ ਇੱਕ ਲਾਈਨ ਦੇ ਵਿੱਚ ਆ ਜਾਣਗੇ, ਇੱਕ ਸਾਰ ਖੜੇ ਹੋ ਜਾਣਗੇ ਨਾ, ਉਦੋਂ ਤੁਸੀਂ ਇੱਕ ਸਟੈਪ ਅੱਗੇ ਵੱਧ ਜਾਂਦੇ ਆ ਸੈਲਫ ਡਿਵੈਲਪਮੈਂਟ ਦੇ ਵੱਲ। ਹੁਣ ਉਹਦੇ ਨਾਲ ਜਦੋਂ ਮੱਲ ਅਖਾੜਿਆਂ ਦੇ ਵਿੱਚ ਗੁਰਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਆਪਣਾ ਮਨ ਅਤੇ ਆਪਣਾ ਤਨ ਇਕਾਗਰ ਕਰਨ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ, ਉਹਦੇ ਨਾਲ ਹੀ ਫਿਰ ਗੁਰਬਾਣੀ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਇੱਕ ਐਂਕਰ ਵੀ ਦਿੰਦੀ ਆ ਕਿ ਤੁਸੀਂ ਇੱਥੇ ਰੁਕਣਾ ਵੀ ਹੈ। ਉਹ ਬੋਲਦੇ ਨੇ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਨਾਲ ਹੀ ਉਹ ਦੱਸ ਦਿੰਦੇ ਨੇ ਕਿ ਇਹਦੇ 'ਤੇ ਗਰਭ ਵੀ ਨਹੀਂ ਕਰਨਾ। ਜੇ ਤੈਨੂੰ ਇਹ ਲੱਗਣਾ ਸ਼ੁਰੂ ਹੋ ਜਾਏ ਕਿ ਮੈਂ ਤਾਂ ਬਹੁਤ ਵੱਡਾ ਬਹੁਤ ਤਾਕਤਵਰ ਹਾਂ, ਬਹੁਤ ਸ਼ਕਤੀਸ਼ਾਲੀ ਹਾਂ, ਤਾਂ ਗਰਭ ਨਹੀਂ ਕਰਨਾ। ਕਿਉਂਕਿ ਇਹ ਝੂਠੀ ਦੇਹੀ ਹੈ। ਸੋ ਦੋਨੋਂ ਹੀ ਚੀਜ਼ਾਂ ਨਾਲ ਚੱਲ ਰਹੀਆਂ ਨੇ। ਦੋਨਾਂ ਹੀ ਦੇਹੀ ਨੂੰ ਉਹ ਦੱਸ ਵੀ ਰਹੇ ਨੇ ਦੇਹੀ ਦੀ ਇੰਪੋਰਟੈਂਸ ਕੀ ਹੈ, ਪਰ ਦੇਹੀ ਦੀ ਨਸ਼ਵਰਤਾ ਦੱਸ ਕੇ ਕਿ ਇਹਨੇ ਇੱਕ ਦਿਨ ਨੂੰ ਖਤਮ ਹੋ ਜਾਣਾ ਹੈ, ਉਹ ਨਾਲ ਦੇ ਨਾਲ ਹੀ ਸਾਡੀ ਜਿਹੜੀ ਈਗੋ ਹੈ ਉਹਨੂੰ ਵੀ ਐਂਕਰ ਕਰਕੇ ਰੱਖ ਰਹੇ ਨੇ। ਸੋ ਗੁਰਬਾਣੀ ਦੇ ਵਿੱਚ ਹੀ ਸਭ ਕੁਝ ਪਿਆ, ਆਪਾਂ ਨੂੰ ਸਿਰਫ ਸਮਝਣਾ ਪਊਗਾ। ਅੱਜ ਦੀ ਜਿਹੜਾ ਮੇਰਾ ਐਪੀਸੋਡ ਹੈ, ਅੱਜ ਦੀਆਂ ਇੰਨੀਆਂ ਕੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ। ਅਗਲਾ ਐਪੀਸੋਡ ਜਿਹੜਾ ਹੈ ਉਹ ਆਪਾਂ ਗੁਰਮੁਖੀ ਦੇ ਉੱਤੇ ਡਿਸਕਸ਼ਨ, ਰੱਬ ਅਗਰ ਗੁਰੂ ਮਹਾਰਾਜ ਨੇ ਚਾਹਿਆ ਤਾਂ ਗੁਰਮੁਖੀ ਦੇ ਉੱਤੇ ਆਪਾਂ ਡਿਸਕਸ਼ਨ ਕਰਾਂਗੇ। ਅੱਜ ਦੀਆਂ ਇੰਨੀਆਂ ਕੀ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ। ਮੇਰੇ ਕੋਲੇ ਕੋਈ ਗਲਤੀ ਹੋ ਗਈ ਹੋਵੇ, ਭੁੱਲਾਂ ਚੁੱਕਾਂ ਦੀ, ਦੋਵੇਂ ਹੱਥ ਜੋੜ ਕੇ ਖਿਮਾ। ਮੈਨੂੰ ਤੁਸੀਂ ਆਪਣੀ ਈਮੇਲ ਜ਼ਰੂਰ ਭੇਜਦੇ ਰਿਹਾ ਕਰੋ। ਤੁਹਾਡੀਆਂ ਈਮੇਲਸ ਦੇ ਨਾਲ ਮੈਨੂੰ ਇੱਕ ਬੂਸਟ ਮਿਲਦਾ ਆ ਕਿ ਠੀਕ ਆ, ਕੋਈ ਸੁਣ ਰਿਹਾ ਆ, ਤਾਂ ਆਪਣੀ ਈਮੇਲ ਭੇਜਿਆ ਕਰੋ। ਤੁਹਾਡੇ ਕੋਈ ਕੁਐਸਚਨਸ ਨੇ, ਕਿਤੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਜਾ ਰਹੀ ਹਾਂ, ਤੁਸੀਂ ਇਹਨੂੰ ਠੀਕ ਕਰਨਾ ਚਾਹੁੰਦੇ ਆ, ਜਾਂ ਤੁਹਾਨੂੰ ਲੱਗਦਾ ਕਿ ਇਹ ਜੋ ਮੈਂ ਬੋਲਿਆ ਇਰਰੈਲੇਵੈਂਟ ਸੀ, ਤਾਂ ਹਰ ਇੱਕ ਤਰੀਕੇ ਦਾ ਜਿਹੜਾ ਤੁਹਾਡਾ ਫੀਡਬੈਕ ਹੈ ਉਹ ਜ਼ਰੂਰ ਮੈਨੂੰ ਭੇਜਿਆ ਕਰੋ। ਮੇਰੇ ਲਈ ਕੱਲੀ ਈਮੇਲ ਬਹੁਤ ਮੈਟਰ ਕਰਦੀ ਹੈ ਔਰ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਨੂੰ ਜਦੋਂ ਕੋਈ ਈਮੇਲ ਆਏ ਉਹਦੇ ਤਕਰੀਬਨ 24 ਆਵਰਸ ਦੇ ਵਿੱਚ ਮੈਂ ਉਹਦਾ ਰਿਪਲਾਈ ਜ਼ਰੂਰ ਵਾਪਸ ਕਰ ਦਿਆਂ। ਵੈਸੇ ਕੋਸ਼ਿਸ਼ ਮੇਰੀ ਹੁੰਦੀ ਹੈ ਉਸ ਤੋਂ ਪਹਿਲਾਂ, ਪਰ ਅਗਰ ਉਸ ਤੋਂ ਜ਼ਿਆਦਾ ਤਾਂ 24 ਆਵਰਸ ਦੇ ਵਿੱਚ ਮੈਂ ਉਹਦਾ ਰਿਪਲਾਈ ਜ਼ਰੂਰ ਕਰ ਦਿੰਦੀ ਹੁੰਦੀ ਹਾਂ। ਫਿਰ ਵੀ ਅਗਰ ਮੇਰੇ ਕੋਲੇ ਕਿਤੇ ਕੋਈ ਈਮੇਲ ਮਿਸ ਹੋ ਜਾਂਦੀ ਆ ਤਾਂ ਪਲੀਜ਼ ਉਹਨੂੰ 24 ਆਵਰਸ ਦੇ ਬਾਅਦ ਮੈਨੂੰ ਇੱਕ ਰਿਮਾਈਂਡਰ ਜ਼ਰੂਰ ਪਾ ਦਿਆ ਕਰੋ, ਅਗਰ ਕਿਤੇ ਹੋਵੇ ਤਾਂ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਮੈਂ ਕਦੀ ਕਿਸੇ ਦੀ ਈਮੇਲ ਮਿਸ ਕੀਤੀ ਹੋਊਗੀ। ਜੇ ਕੀਤੀ ਹੈ ਤਾਂ ਫਿਰ ਵੀ ਮੈਂ ਖਿਮਾ ਦੀ ਜਾਚਕ ਹਾਂ ਜੀ। ਅੱਜ ਦਿਓ ਮੈਨੂੰ ਇਜਾਜ਼ਤ, ਅਗਲੇ ਹਫਤੇ ਆਪਾਂ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।